ਭਾਰਤ ਸਰਕਾਰ ਇਹ ਜਚਾਉਣ ਤੇ ਲੱਗੀ ਹੋਈ ਆ ਲੋਕਾਂ ਨੂੰ ਕਿ ਸਾਡੇ ਜਿਹੜੇ ਅਦਾਰੇ ਨੇ, ਏਜੰਸੀਆਂ ਨੇ ਜਾਂ ਸਿਸਟਮ ਆ ਜਿਹੜਾ, ਇਹਦੇ ਵਿੱਚ ਜੇਕਰ ਕੋਈ ਅਪਰਾਧੀ ਬਿਰਤੀ ਵਾਲਾ ਮੁਲਾਜ਼ਮ ਆ ਤੇ ਜੇ ਉਹਨੇ ਜੀ ਸਾਤੋਂ ਪੁੱਛੇ ਦੱਸੇ ਬਗੈਰ ਆਪੇ ਹੀ ਕੋਈ ਜੁਰਮ ਕਰ ਲਿਆ ਤਾਂ ਉਹਦੇ ਵਿੱਚ ਸਾਡੇ ਪੂਰੇ ਮੁਲਕ ਦੇ ਸਿਸਟਮ ਨੂੰ ਕਾਹਤੋਂ ਘੜੀਸਿਆ ਜਾਂਦਾ। ਜਿਹੜੀ ਭਾਰਤ ਨੇ ਉਹ ਨੀਤੀ ਬਣਾਈ ਸੀ ਕਿ ਘਰ ਨੇ ਘੁੱਸ ਕੇ ਮਾਰੇਂਗੇ, ਉਹਦੇ ਨਤੀਜੇ ਵਜੋਂ ਇਹਨਾਂ ਨੂੰ ਸਮਝ ਨਹੀਂ ਸੀ। ਇਹਨਾਂ ਨੇ ਸਮਝਿਆ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਅਸੀਂ ਜੋ ਮਰਜ਼ੀ ਕਰ ਲੈਨੇ ਆ ਤੇ ਸਾਨੂੰ ਕੋਈ ਕੁਝ ਕਰਦਾ ਨਹੀਂ, ਕੁਝ ਰਿਐਕਸ਼ਨ ਨਹੀਂ ਆਉਂਦਾ। ਇਹਨਾਂ ਨੇ ਵੱਡਾ ਪੰਗਾ ਲੈ ਲਿਆ। ਹੁਣ ਜਦੋਂ ਕੈਨੇਡਾ, ਅਮਰੀਕਾ ਨੇ ਇਹਨਾਂ ਨੂੰ ਤੱਥ ਦੇ ਆਧਾਰ ਤੇ, ਦਲੀਲ ਦੇ ਆਧਾਰ ਤੇ ਘੇਰ ਲਿਆ ਤਾਂ ਇੱਥੇ ਤੂੰ ਜੀ ਕਰੀ ਜਾਂਦੇ ਆ ਕਿ ਜੀ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਜਾ ਰਹੇ, ਸਾਨੂੰ ਜੀ ਇਲਜ਼ਾਮ ਹੀ ਲਾਏ ਜਾ ਰਹੇ ਨੇ, ਸਾਨੂੰ ਜੀ ਸੱਚੀ ਗੱਲ ਅਸੀਂ ਕੀ ਕਰੀਏ, ਚੀਕਾਂ ਜਿਹੀਆਂ ਮਾਰੀ ਜਾਂਦੇ। ਸੋਸ਼ਲ ਮੀਡੀਆ ਜਾਂ ਗੋਦੀ ਮੀਡੀਆ ਜਾਂ ਭਾਰਤੀ ਜਿਹੜਾ ਮੀਡੀਆ ਉਹ ਇਸ ਮੌਕੇ ਬੁਰੀ ਤਰ੍ਹਾਂ ਲੋਕਾਂ ਦੇ ਵਿੱਚ ਹਾਰਿਆ ਹੰਭਿਆ ਦਿਖ ਰਿਹਾ ਕਿ ਤੁਸੀਂ ਉਦੋਂ ਤਾਂ ਕਹਿੰਦੇ ਸੀ ਘਰ ਨੇ ਘੁੱਸ ਕੇ ਮਾਰੇਂਗੇ ਤੇ ਹੁਣ ਫਿਰ ਮੰਨੋ ਵੀ ਅਸੀਂ ਮਾਰਿਆ ਜੀ। ਉੱਥੇ ਜਥੇਦਾਰ ਨਿੱਜਰ ਬਹੁਤ ਦੱਬ ਕੇ ਵੀ ਅਸੀਂ ਐਡਵੋਕੇਟ ਪੰਨੂ ਨੂੰ ਕਤਲ ਕਰਨ ਦੀ ਪਲਾਨ ਬਣਾਈ ਸੀ। ਇੱਥੇ ਇਹ ਪ੍ਰਭਾਵ ਦੇਣ ਦਾ ਯਤਨ ਹੋ ਰਿਹਾ ਕਿ ਜਦੋਂ ਟਰੂਡੋ ਤੇ ਬਾਈਡਨ ਜਿਹੜੇ ਆ ਉਹ ਸੱਤਾ ਵਿੱਚ ਨਹੀਂ ਰਹਿਣਗੇ ਉਦੋਂ ਆਪਣੇ ਭਾਰਤ ਦੀ ਕਹਾਣੀ ਪੂਰੀ ਫਿਰ ਠੀਕ ਹੋ ਜਾਣੀ। ਜਦੋਂ ਕਿ ਸੱਚਾਈ ਇਹ ਆ ਕਿ ਉਹਨਾਂ ਮੁਲਕਾਂ ਦੇ ਵਿੱਚ ਰਾਸ਼ਟਰਪਤੀ ਬਦਲਣ ਦੇ ਨਾਲ ਜਾਂ ਸਰਕਾਰਾਂ ਬਦਲਣ ਦੇ ਨਾਲ ਪਾਰਟੀਆਂ ਦੇ ਕਿਸੇ ਜਾਂ ਉਸ ਪਾਰਟੀ ਦੀ ਸਰਕਾਰ ਆ ਕੱਲ ਨੂੰ ਦੂਜੀ ਪਾਰਟੀ, ਉਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕ੍ਰਾਈਮ ਨੂੰ ਕ੍ਰਾਈਮ ਦੇ ਵਾਂਗ ਹੀ ਨਜਿੱਠਿਆ ਜਾਂਦਾ। ਜਿਹੜੇ ਲੋਕ, ਜਿਹੜੇ ਬੰਦੇ ਇਸ ਘਿਨਾਉਣੀ ਸਾਜ਼ਿਸ਼ ਦਾ ਹਿੱਸਾ ਰਹੇ ਨੇ ਉਹ ਮਤ ਸੋਚਣ। ਜਿਵੇਂ ਹੁਣ ਆਹ ਵਿਕਾਸ ਯਾਦਵ ਬਾਰੇ ਕਿਹਾ ਜਾ ਰਿਹਾ ਕਿ ਜੀ ਉਹ ਤਾਂ ਫਰੌਤੀਆਂ ਲੈਂਦਾ ਸੀ, ਉਹ ਤਾਂ ਅਗਵਾ ਕਰਦਾ ਸੀ, ਉਹ ਤਾਂ ਬੇਸ਼ੱਕ ਦੀ ਨੌਕਰੀ ਸਰਕਾਰੀ ਮੁਲਾਜ਼ਮ ਸੀਗਾ ਪਰ ਉਹਦੇ ਉੱਤੇ ਤਾਂ ਆਹ ਦੇਖੋ ਅਸੀਂ ਮੁਕੱਦਮਾ ਦਰਜ ਕੀਤਾ ਹੋਇਆ। ਇਹ ਮੁਕੱਦਮਾ ਉਹਦੇ ਤੇ ਤਾਂ ਦਰਜ ਕੀਤਾ ਕਿ ਜੇਕਰ ਅਮਰੀਕਨ ਸਿਸਟਮ ਦੇ ਵੱਲੋਂ ਮੰਗ ਕੀਤੀ ਜਾਊਗੀ ਤਾਂ ਅਸੀਂ ਕਵਾਂਗੇ ਜੀ ਇਹ ਤਾਂ ਸਾਡੇ ਮੁਲਕ ਦੇ ਵਿੱਚ ਇਹਦੇ ਤੇ ਕੇਸ ਚੱਲਦਾ, ਜਿੰਨਾ ਟਾਈਮ ਇਹ ਨਿਬੜਦਾ ਨਹੀਂ ਉਹਨਾਂ ਟਾਈਮ ਅਸੀਂ ਇਹਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦੇ। ਪਹਿਲਾਂ ਇਹਨਾਂ ਨੇ ਸਿੱਖਾਂ ਨੂੰ ਭਾਰਤ ਵਿੱਚ ਤੇ ਹੁਣ ਵਿਦੇਸ਼ਾਂ ਵਿੱਚ ਜਿਹੜਾ ਕਤਲ ਕਰਨਾ ਸ਼ੁਰੂ ਕੀਤਾ, ਇਹਦੀ ਪ੍ਰਤੀਕਿਰਿਆ ਵਜੋਂ ਜੇ ਕੁਝ ਇਸ ਮੁਲਕ ਦੇ ਵਿੱਚ ਵਾਪਰਦਾ ਉਹ ਇਸ ਮੁਲਕ ਦੇ ਹਾਕਮਾਂ ਦੀ ਜਿਹੜੀ ਕੂਟਨੀਤੀ ਆ, ਜਿਹੜੀ ਭੈੜੀ ਨੀਤੀ ਆ, ਉਹਦੇ ਕਰਕੇ ਵਾਪਰਨਾ, ਕਿਉਂਕਿ ਇਹੀ ਕੁਝ ਇੰਦਰਾ ਗਾਂਧੀ ਨੇ ਕੀਤਾ ਸੀ। ਆ ਜਿਹੜੇ ਅਕਾਲੀ ਦਲ ਵਾਲੇ ਲੋਕਾਂ ਨੂੰ ਆਪਦੇ ਸਿਆਸੀ ਸਵਾਰਥਾਂ ਕਰਕੇ ਬੇਵਕੂਫ ਬਣਾਈ ਗਏ ਕਿ ਜੀ ਕਾਂਗਰਸੀ ਮਾੜੀ ਆ, ਬੀਜੇਪੀ ਵਾਲੇ ਬਹੁਤ ਵਧੀਆ। ਹੁਣ ਸਭ ਦੇ ਸਾਹਮਣੇ ਨੰਗਾ ਚਿੱਟਾ ਹੋ ਰਿਹਾ ਕਿ ਜਿਹੜਾ ਕੁਝ ਕਾਂਗਰਸ ਨੇ ਕੀਤਾ ਉਹਦੇ ਨਾਲੋਂ ਵੀ ਮਾੜੀ ਜਿਹੜੀ ਸੋਚ ਆ ਉਹ ਬੀਜੇਪੀ ਵਾਲੇ, ਮੋਦੀ ਵਰਗੇ ਰੱਖੀ ਫਿਰਦੇ ਆ। ਸਾਰੇ ਉਹ ਸਿੱਖ ਜਿਹੜੇ ਭਾਰਤੀ ਨਿਜ਼ਾਮ ਦੀ ਪਿੱਠ ਪੂਰਦੇ ਆ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਅਸੀਂ ਬੜੀ ਸੱਚੀ ਤੇ ਸੁੱਚੀ ਸੋਚ ਵਾਲੇ ਆ ਤੇ ਅਸੀਂ ਭਾਰਤੀ ਸਟੇਟ ਨਾਲ ਖੜਨਾ। ਇਤਿਹਾਸ ਦੇ ਵਿੱਚ ਇਹ ਲੋਕ ਗਦਾਰ ਮੰਨੇ ਜਾਣਗੇ, ਖਲਨਾਇਕ ਮੰਨੇ ਜਾਣਗੇ ਕਿ ਜਦੋਂ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਭਾਰਤੀ ਸਟੇਟ ਕੋਈ ਕਸਰ ਨਹੀਂ ਸੀ ਛੱਡ ਰਹੀ, ਉਸ ਮੌਕੇ ਤੁਸੀਂ ਉਸ ਸਿਸਟਮ ਦੇ ਨਾਲ, ਉਸ ਨਿਜ਼ਾਮ ਦੇ ਨਾਲ, ਉਸ ਸਰਕਾਰ ਦੇ ਨਾਲ ਖੜੇ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਕੈਨੇਡਾ ਤੇ ਹੋਰ ਮੁਲਕਾਂ ਦੇ ਨਾਲ ਸੰਬੰਧਾਂ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦਾ ਉਤਰਾ ਚੜ੍ਹਾਅ ਆਇਆ ਹੋਇਆ ਉਹਦੇ ਬਾਰੇ ਸਾਡੇ ਇੱਥੇ ਭਾਰਤੀ ਅਖਬਾਰ ਜਾਂ ਭਾਰਤੀ ਮੀਡੀਆ, ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਰਹਿੰਦੇ ਆ, ਇਹਨਾਂ ਨੇ ਬੜਾ ਜ਼ੋਰ ਲਾਇਆ ਹੋਇਆ ਕਿ ਜੋ ਕੁਝ ਭਾਰਤੀ ਸਟੇਟ ਕਹਿੰਦੀ ਆ ਅਸੀਂ ਭਾਰਤ ਦੇ ਲੋਕਾਂ ਦੇ ਵਿੱਚ ਉਹ ਗੱਲ ਲੈ ਕੇ ਜਾਈਏ। ਪਰ ਇਹ ਗੱਲ ਬੜੀ ਹਾਸੋਹੀਣੀ ਜੀ ਵੀ ਲੱਗਦੀ ਆ, ਦਿਲਚਸਪ ਵੀ ਆ ਕਿ ਕਿਸੇ ਵੀ ਸਿੱਖ ਨੂੰ ਜਾਂ ਕਿਸੇ ਵੀ ਭਾਰਤੀ ਨੂੰ ਇਹਨਾਂ ਦੇ ਕਿਸੇ ਵੀ ਮੀਡੀਆ ਦੇ ਅਦਾਰੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਯਕੀਨ ਨਹੀਂ ਹੈ। ਯਾਨੀ ਕਿ ਜਿਹੜੀਆਂ ਖਬਰਾਂ ਭਾਰਤੀ ਮੀਡੀਆ ਅਦਾਰਿਆਂ ਰਾਹੀਂ ਜਾਂ ਉਹ ਸਰੋਤ, ਉਹ ਸਾਧਨ ਜਿਨ੍ਹਾਂ ਦੇ ਉੱਤੇ ਭਾਰਤੀ ਹੋਣ ਦਾ ਠੱਪਾ ਲੱਗਿਆ ਹੋਇਆ,
ਉਹਨਾਂ ਦਾ ਯਕੀਨ ਭਾਰਤ ਦੇ ਲੋਕ ਵੀ ਨਹੀਂ ਕਰ ਰਹੇ। ਸਾਰੇ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਆ ਕਿ ਅਸਲ ਵਿੱਚ ਉਹ ਗੱਲ ਨਹੀਂ ਹੈ ਜਿਹੜੀ ਇਹ ਮੀਡੀਆ ਦੇ ਰਾਹੀਂ ਸਾਨੂੰ ਪਰੋਸੀ ਜਾ ਰਹੀ ਆ। ਇਹ ਲਗਾਤਾਰ ਝੂਠ ਬੋਲ ਰਹੇ ਨੇ ਤੇ ਸੱਚਾਈ ਲੱਭਣ ਲਈ ਹੋਰਨਾਂ ਮੁਲਕਾਂ ਦੇ ਚੈਨਲ ਦੇਖੇ ਜਾ ਰਹੇ ਨੇ, ਹੋਰਨਾਂ ਮੁਲਕਾਂ ਦਾ ਮੀਡੀਆ ਜਿਹੜਾ ਹੈ ਉਹਦੇ ਵੱਲ ਧਿਆਨ ਦਿੱਤਾ ਜਾ ਰਿਹਾ। ਖਾਸ ਤੌਰ ਦੇ ਉੱਤੇ ਕੈਨੇਡਾ, ਅਮਰੀਕਾ ਦੇ ਅਖਬਾਰਾਂ ਦੀ ਜਾਂ ਉੱਥੋਂ ਦੇ ਮੀਡੀਆ ਅਦਾਰਿਆਂ ਦੀ ਖਬਰ ਜਿਹੜੀ ਆ ਉਹਨੂੰ ਇਸ ਮੌਕੇ ਭਾਰਤ ਦੇ ਲੋਕ ਜ਼ਿਆਦਾ ਸੱਚੀ ਤੇ ਜ਼ਿਆਦਾ ਤਰਜੀਹ ਦੇ ਕੇ ਪੜ੍ਹਦੇ ਸੁਣਦੇ। ਖੈਰ, ਜੇ ਆਪਾਂ ਮੇਨ ਅਸਲ ਮੁੱਦੇ ਵੱਲ ਆਈਏ ਤਾਂ ਇੱਥੇ ਭਾਰਤ ਸਰਕਾਰ ਇਹ ਜਚਾਉਣ ਤੇ ਲੱਗੀ ਹੋਈ ਆ ਲੋਕਾਂ ਨੂੰ ਕਿ ਸਾਡੇ ਜਿਹੜੇ ਅਦਾਰੇ ਨੇ, ਏਜੰਸੀਆਂ ਨੇ ਜਾਂ ਸਿਸਟਮ ਆ ਜਿਹੜਾ, ਇਹਦੇ ਵਿੱਚ ਜੇਕਰ ਕੋਈ ਅਪਰਾਧੀ ਬਿਰਤੀ ਵਾਲਾ ਮੁਲਾਜ਼ਮ ਇਹ ਹੈ ਤਾਂ ਸਾਡੀ ਆਪਦੀ ਫੋਰਸ ਦਾ ਹਿੱਸਾ ਹੀ ਆ, ਕੋਈ ਪੁਲਿਸ ਚਾਹ, ਕੋਈ CRP ਚਾਹ, ਕੋਈ IB ਚਾਹ, ਕੋਈ NIA ਚਾਹ, ਕੋਈ ਰਾਜ ਜਾਂ ਕਿਸੇ ਹੋਰ ਖੁਫੀਆ ਜਾਂ ਓਵਰਗਰਾਊਂਡ ਜਾਂ ਅੰਡਰਗਰਾਊਂਡ ਕਿਸੇ ਵੀ ਸਿਕਿਉਰਿਟੀ ਫੋਰਸ ਦੇ ਵਿੱਚ ਕੋਈ ਅਪਰਾਧੀ ਬਿਰਤੀ ਵਾਲਾ ਬੰਦਾ ਹੈ ਤੇ ਜੇ ਉਹਨੇ ਜੀ ਸਾਤੋਂ ਪੁੱਛੇ ਦੱਸੇ ਬਗੈਰ ਆਪੇ ਹੀ ਕੋਈ ਜੁਰਮ ਕਰ ਲਿਆ ਤਾਂ ਉਹਦੇ ਵਿੱਚ ਸਾਡੇ ਪੂਰੇ ਮੁਲਕ ਦੇ ਸਿਸਟਮ ਨੂੰ ਕਾਹਤੋਂ ਘੜੀਸਿਆ ਜਾਂਦਾ। ਇਸ ਤਰੀਕੇ ਦਾ ਪ੍ਰਭਾਵ ਬਣਾਉਣ ਦੇ ਲਈ ਇੱਥੇ ਬੜੇ ਸ਼ੋਸ਼ੇ ਛੱਡੇ ਜਾ ਰਹੇ ਨੇ, ਬੜੇ ਡਰਾਮੇ ਕੀਤੇ ਜਾ ਰਹੇ ਨੇ। ਇਹ ਸਾਰਾ ਕੁਝ ਜਿਹੜੀ ਭਾਰਤ ਨੇ ਉਹ ਨੀਤੀ ਬਣਾਈ ਸੀ ਕਿ ਘਰ ਨੇ ਘੁੱਸ ਕੇ ਮਾਰੇਂਗੇ, ਉਹਦੇ ਨਤੀਜੇ ਵਜੋਂ ਇਹਨਾਂ ਨੂੰ ਸਮਝ ਨਹੀਂ ਸੀ। ਇਹਨਾਂ ਨੇ ਸਮਝਿਆ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਅਸੀਂ ਜੋ ਮਰਜ਼ੀ ਕਰ ਕੁਰ ਲੈਂਦੇ ਆ ਤੇ ਸਾਨੂੰ ਕੋਈ ਕੁਝ ਕਰਦਾ ਨਹੀਂ, ਕੁਝ ਰਿਐਕਸ਼ਨ ਨਹੀਂ ਆਉਂਦਾ। ਇਹਨਾਂ ਨੇ ਵੱਡਾ ਪੰਗਾ ਲੈ ਲਿਆ। ਹੁਣ ਜਦੋਂ ਕੈਨੇਡਾ, ਅਮਰੀਕਾ ਨੇ ਇਹਨਾਂ ਨੂੰ ਤੱਥ ਦੇ ਆਧਾਰ ਤੇ, ਦਲੀਲ ਦੇ ਆਧਾਰ ਤੇ ਘੇਰ ਲਿਆ ਤਾਂ ਇੱਥੇ ਤੂੰ ਜੀ ਕਰੀ ਜਾਂਦੇ ਆ ਕਿ ਜੀ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਜਾ ਰਹੇ, ਸਾਨੂੰ ਜੀ ਇਲਜ਼ਾਮ ਹੀ ਲਾਏ ਜਾ ਰਹੇ ਨੇ, ਸਾਨੂੰ ਜੀ ਸੱਚੀ ਗੱਲ ਅਸੀਂ ਕੀ ਕਰੀਏ, ਚੀਕਾਂ ਜਿਹੀਆਂ ਮਾਰੀ ਜਾਂਦੇ। ਹੁਣ ਇਹ ਗੱਲ ਤਾਂ ਜੱਗ ਜ਼ਾਹਿਰ ਆ ਕਿ ਭਾਰਤ ਨੇ ਪਹਿਲਾਂ ਇੱਥੇ ਆਪਦੇ ਖਿੱਤੇ ਦੇ ਅੰਦਰ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕੀਤੀ। ਜਿਹੜੇ ਸਿੱਖਾਂ ਨੂੰ ਨਵੰਬਰ 1984 ਦੇ ਵਿੱਚ ਧੂ ਕੇ ਘਰਾਂ ਚੋਂ ਕੱਢ ਕੇ ਗਲਾਂ 'ਚ ਟਾਇਰ ਪਾ ਕੇ ਅੱਗ ਲਾ ਕੇ ਸਾੜਿਆ ਗਿਆ, ਉਹਨਾਂ ਦਾ ਕੀ ਦੋਸ਼ ਸੀ? ਸਿਰਫ ਸਿੱਖ ਹੋਣ ਦਾ ਦੋਸ਼ ਸੀ ਉਹਨਾਂ। ਇਹ ਸਿੱਖਾਂ ਦੇ ਘਰੇ ਕਿਉਂ ਜੰਮੇ? ਦਿੱਲੀ ਸਮੇਤ ਸਾਰੇ ਭਾਰਤ ਵਿੱਚ ਜਦੋਂ ਸਿੱਖਾਂ ਦੇ ਕਤਲ ਹੋ ਰਹੇ ਸੀ, ਉਸ ਮੌਕੇ ਸਾਰੇ ਸਿੱਖ ਜਗਤ ਲਈ ਇਹ ਸੋਚਣ ਦੀ ਘੜੀ ਸੀ ਕਿ ਆਖਰ ਇਸ ਮੁਲਕ ਨੂੰ ਅਸੀਂ ਆਪਣਾ ਮੁਲਕ ਕਿਉਂ ਮੰਨ ਲਿਆ ਸੀ, ਜਿਸ ਮੁਲਕ ਦੇ ਚਰਾਇਆਂ ਦੇ ਉੱਤੇ ਸਾਡੀਆਂ ਪੱਗਾਂ ਰੁਲ ਰਹੀਆਂ ਨੇ, ਸਾਡੀਆਂ ਇੱਜ਼ਤਾਂ ਤਾਰ-ਤਾਰ ਹੋ ਰਹੀਆਂ ਨੇ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ ਤੇ ਦੋਸ਼ ਕਹਿੰਦੇ ਤੁਸੀਂ ਸਿੱਖ ਹੋ। ਜਿਸ ਮੁਲਕ ਵਿੱਚ ਸਿੱਖਾਂ ਨੂੰ ਸਿਰਫ ਸਿੱਖ ਹੋਣ ਕਰਕੇ ਮਾਰਿਆ ਗਿਆ। ਇਦੋਂ ਪਹਿਲਾਂ ਜੂਨ 84 ਆ ਤੇ ਉਦੋਂ ਇੱਕ ਭਾਰਤੀ ਨਿਜ਼ਾਮ ਨੇ ਇੱਕ ਲਿਸਟ ਦਿੱਤੀ ਸੀ 15-20-30 ਬੰਦਿਆਂ ਦੀ ਕਿ ਜੀ ਆਹ ਸਾਨੂੰ ਬੰਦੇ ਚਾਹੀਦੇ ਆ ਤੇ ਉਹਨੇ ਕੁ ਬੰਦਿਆਂ ਲਈ ਇਹਨਾਂ ਨੇ ਜਿਹੜਾ ਕਹਿਰ ਢਾਇਆ, ਕੀ ਇਹ ਦੱਸ ਸਕਦੇ ਆ ਕਿ ਜਿਨ੍ਹਾਂ ਬੰਦਿਆਂ ਨੂੰ ਗੋਲੀਆਂ ਨਾਲ ਉਡਾ ਛੱਡਿਆ ਉੱਥੇ ਉਹਨਾਂ ਦਾ ਦੋਸ਼ ਕੀ ਸੀ? ਦੋਸ਼ ਤਾਂ ਇਹ ਸੰਤ ਭਿੰਡਰਾਂ ਵਾਲਿਆਂ ਬਾਰੇ ਵੀ RTI ਪਾ ਕੇ ਲੋਕਾਂ ਨੇ ਜਦੋਂ ਹੁਣ ਪੁੱਛਿਆ ਉੱਥੇ ਆਪ ਮੰਨਿਆ ਕਿ ਉਹਨਾਂ ਦੇ ਉੱਤੇ ਕੋਈ ਮੁਕੱਦਮਾ ਦਰਜ ਨਹੀਂ ਸੀ ਜਦੋਂ ਉਹਨਾਂ ਤੇ ਇਹ ਕਾਰਵਾਈ ਕੀਤੀ ਗਈ। ਸੋ ਇਸ ਮੁਲਕ ਦੇ ਵਿੱਚ ਸਿੱਖ ਹੋਣਾ ਹੀ ਇੱਕ ਬਹੁਤ ਵੱਡਾ ਦੋਸ਼ ਆ ਤੇ ਹੁਣ ਇਸੇ ਦੋਸ਼ ਤਹਿਤ ਵਿਦੇਸ਼ਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਕਸੂਤੇ ਫਸ ਗਏ ਕਿ ਕੈਨੇਡਾ ਸਰਕਾਰ ਨੇ, ਅਮਰੀਕਾ ਸਰਕਾਰ ਨੇ ਇਹਨਾਂ ਨੂੰ ਸਬੂਤਾਂ ਦੇ ਆਧਾਰ ਤੇ ਸਾਰੇ ਸੰਸਾਰ ਦੇ ਸਾਹਮਣੇ ਨੰਗਾ ਕਰਤਾ। ਹੁਣ ਠੀਕ ਆ ਕਿ ਕੁਝ ਮੁਲਕ ਆਪਦੇ ਹਿੱਤਾਂ ਕਰਕੇ
ਆਪਦੇ ਸਵਾਰਥਾਂ ਕਰਕੇ ਭਾਰਤੀ ਨਿਜ਼ਾਮ ਦਾ, ਭਾਰਤੀ ਸਟੇਟ ਦਾ ਸਾਥ ਦਿੰਦੇ ਆ। ਪਰ ਹੁਣ ਇਸ ਮੁਲਕ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪਿਛਲੇ 5-4 ਦਿਨਾਂ ਤੋਂ ਟਵਿੱਟਰ ਤੇ ਜਾਂ ਹੋਰਨਾਂ ਸਾਧਨਾਂ ਦੇ ਉੱਤੇ ਇਸ ਮੁਲਕ ਦੇ ਅੰਦਰੋਂ ਆਵਾਜ਼ ਉੱਠਣੀ ਸ਼ੁਰੂ ਹੋਈ ਹੈ ਕਿ ਮੋਦੀ ਹੁਣਾਂ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਹੈ ਕੀ ਹੈ। ਇਹੋ ਜਿਹਾ ਤਾਂ 1947 ਤੋਂ ਲੈ ਕੇ ਅੱਜ ਤੱਕ ਕਦੇ ਨਹੀਂ ਹੋਇਆ ਜੋ ਅੱਜ ਇਸ ਮੁਲਕ ਦੇ ਵਿੱਚ ਲੋਕਾਂ ਦਾ ਰੁਝਾਨ ਬਣਿਆ ਹੋਇਆ। ਤੋ ਜਿਸ ਤਰੀਕੇ ਨਾਲ ਇਹ ਹਾਲਾਤ ਦਿਨੋਂ ਦਿਨ ਵਿਗੜ ਰਹੇ ਨੇ, ਭਾਰਤ ਦੇ ਅੰਦਰ ਲੋਕਾਂ ਦਾ ਰੋਸ ਵੱਧ ਰਿਹਾ, ਇਹ ਸਾਰਾ ਕੁਝ ਬਹੁਤ ਧਿਆਨ ਮੰਗਦਾ। ਇੱਕ ਪਾਸੇ ਉਹ ਜਿਹੜਾ ਵਿਕਾਸ ਨਾਮ ਦਾ ਬੰਦਾ ਹੈ ਜਿਹਨੂੰ FBI ਲੱਭਦੀ ਫਿਰਦੀ ਆ, ਵਿਕਾਸ ਯਾਦਵ, ਜਿਹੜਾ ਐਡਵੋਕੇਟ ਪੰਨੂ ਵਾਲੇ ਕੇਸ ਵਿੱਚ ਲੜਿੰਦਾ ਵਾ, ਉਹਦਾ ਹਰਿਆਣੇ ਦੇ ਪਿੰਡ ਪ੍ਰਾਣਪੁਰਾ ਦੇ ਵਿੱਚ ਘਰ ਵਾ। ਉਹਦਾ ਜਿਹੜਾ ਚਾਚੇ ਦਾ ਮੁੰਡਾ ਅਵਿਨਾਸ਼ ਯਾਦਵ, ਉਹ ਕਹਿੰਦਾ ਵੀ ਸਾਨੂੰ ਤਾਂ ਇਕੱਲਾ ਇੰਨਾ ਪਤਾ ਵੀ ਸਾਡਾ ਜਿਹੜਾ ਮੁੰਡਾ ਸੀ ਉਹ CRP ਚ ਡਿਪਟੀ ਕਮਾਂਡੈਂਟ ਆ ਜਿਹੜਾ ਹੁਣ ਕਹਿੰਦੇ ਆ ਵੀ ਉਹ ਖੁਫੀਆ ਏਜੰਸੀ ਚ ਕੰਮ ਕਰਦਾ ਸੀ, ਇਹਦੇ ਬਾਰੇ ਸਾਨੂੰ ਪਰਿਵਾਰ ਨੂੰ ਤਾਂ ਕਦੇ ਨਹੀਂ ਸੀ ਕਿਸੇ ਗੱਲ ਦਾ ਪਤਾ। ਤੇ ਆ ਜਿਹੜਾ ਹੁਣ ਕੰਟਰੈਕਟ ਕਿਲਰ ਵਾਲਾ ਸਾਡੇ ਉੱਤੇ ਟੈਗ ਆ, ਇਹ ਹੁਣ ਸਰਕਾਰ ਦੱਸੇ। ਸੋ ਸਰਕਾਰ ਨੂੰ ਤਾਂ ਹੁਣ ਉਸ ਵਿਕਾਸ ਯਾਦਵ ਦਾ ਪਰਿਵਾਰ ਵੀ ਘੇਰਦਾ ਫਿਰਦਾ। ਸੋ ਇਹੋ ਜਿਹੇ ਮਾਹੌਲ ਵਿੱਚ ਸੋਸ਼ਲ ਮੀਡੀਆ ਜਾਂ ਗੋਦੀ ਮੀਡੀਆ ਜਾਂ ਭਾਰਤੀ ਜਿਹੜਾ ਮੀਡੀਆ, ਉਹ ਇਸ ਮੌਕੇ ਬੁਰੀ ਤਰ੍ਹਾਂ ਲੋਕਾਂ ਦੇ ਵਿੱਚ ਹਾਰਿਆ ਹੰਭਿਆ ਦਿਖ ਰਿਹਾ ਕਿ ਤੁਸੀਂ ਉਦੋਂ ਤਾਂ ਕਹਿੰਦੇ ਸੀ ਘਰ ਨੇ ਘੁਸ ਕੇ ਮਾਰੇਂਗੇ, ਤੇ ਹੁਣ ਫਿਰ ਮੰਨੋ ਵੀ ਅਸੀਂ ਮਾਰਿਆ ਜੀ ਉੱਥੇ ਜਥੇਦਾਰ ਨਿੱਜਰ ਨੂੰ, ਕਹੋ ਦੱਬ ਕੇ ਵੀ ਅਸੀਂ ਐਡਵੋਕੇਟ ਪੰਨੂ ਨੂੰ ਕਤਲ ਕਰਨ ਦੀ ਪਲਾਨ ਬਣਾਈ ਸੀ। ਪਰ ਜਿਹੜਾ ਉਸ ਮੌਕੇ ਗਿੱਜਿਆਂ ਨੇ ਪੰਗਾ ਲੈ ਲਿਆ, ਚਾਂਵਲੇ ਹੋਇਆ ਨੇ। ਪੰਪ ਜਿਹੜਾ ਹੁੰਦਾ ਬੜੀ ਵੱਡੀ ਕੁੱਤੀ ਚੀਜ਼ ਹੁੰਦਾ। ਪੰਪ ਚ ਆਇਆ ਨੇ ਮੋਦੀ ਨੇ, ਡੋਭਾਲ ਨੇ ਤੇ ਇਹਨਾਂ ਅਮਿਤ ਸ਼ਾਹ ਵਰਗਿਆਂ ਨੇ ਜਿਹੜਾ ਸਿਆਪਾ ਗਲ ਪਾ ਲਿਆ, ਉਹ ਹੁਣ ਮੁੱਕਦਾ ਦਿਖਦਾ ਨਹੀਂ। ਤੇ ਇੱਥੇ ਆਮ ਚਰਚਾ ਇਹ ਆ, ਬੜੀ ਹਾਸੋਹੀਣੀ ਗੱਲ ਆ, ਜਿਹੜੇ ਵਿਦੇਸ਼ਾਂ 'ਚ ਬੈਠੇ ਆ ਉਹ ਸੁਣ ਕੇ ਹੱਸਣਗੇ ਵੀ, ਕਿ ਭਾਰਤ ਦੇ ਵਿੱਚ ਗੋਦੀ ਮੀਡੀਆ ਦੇ ਰਾਹੀਂ ਇਹ ਗੱਲ ਫੈਲਾਈ ਜਾ ਰਹੀ ਆ ਕਿ ਜਦੋਂ ਤੱਕ ਟਰੂਡੋ ਬੈਠਾ ਤੇ ਉਧਰ ਜੋ ਬਾਈਡਨ ਅਮਰੀਕਾ ਦਾ, ਉਹਨਾਂ ਟਾਈਮ ਹੀ ਇਹ ਮਾਮਲਾ ਚੱਲਣਾ। ਬਸ ਜਿੱਦਣ ਸਰਕਾਰ ਬਦਲ ਗਈ ਕੈਨੇਡਾ 'ਚ, ਟਰੂਡੋ ਨੇ ਲੈ ਜਾਣਾ, ਬਾਈਡਨ ਦੀ ਥਾਂ ਤੇ ਵੀ ਕਿਸੇ ਹੋਰ ਨੇ ਆ ਜਾਣਾ, ਫਿਰ ਆਪਣੀ ਪੌਵਾਰਾ, ਫਿਰ ਕਿਹਨੇ ਪੁੱਛਣਾ ਵੀ ਕਿਹਨੇ ਪੰਨੂ ਨੂੰ ਮਾਰਨਾ ਸੀ ਤੇ ਕਿਹਨੇ ਨਿੱਜਰ ਦਾ ਕਤਲ ਕੀਤਾ। ਇਹ ਆਉਂ ਸਮਝਦੇ ਆ ਇੰਡੀਆ ਵਾਲੇ ਜਿਵੇਂ ਕਿਸੇ ਥਾਣੇ ਦੇ ਵਿੱਚ ਕਿਸੇ ਚੌਂਕੀ ਇੰਚਾਰਜ ਨਾਲ ਕਿਸੇ ਹਲਕਾ MLA ਦਾ ਰੌਲਾ ਪੈ ਜੇ ਤੇ ਉਹ MLA ਜਿਹੜਾ ਉਸ ਚੌਂਕੀ ਇੰਚਾਰਜ ਦੀ ਬਦਲੀ ਕਰਾ ਕੇ ਆਪਦੀ ਮਰਜ਼ੀ ਦਾ ਬੰਦਾ ਲਵਾ ਕੇ ਤੇ ਫਿਰ ਆਪਦੇ ਸਮਰਥਕਾਂ ਕੋਲੇ ਫੜਾ ਮਾਰੇ ਕਿ ਹੁਣ ਭੁੱਲ ਜਾਓ ਵੀ ਆਪਾਂ ਨੂੰ ਕਦੇ ਦੁਬਾਰਾ ਚੌਂਕੀ 'ਚ ਸੱਦਣਗੇ, ਤੁਸੀਂ ਨਜ਼ਾਰੇ ਰਹੋ, ਆਪਾਂ ਚੌਂਕੀ ਇੰਚਾਰਜ ਹੀ ਬਦਲਤਾ। ਇਸ ਤਰੀਕੇ ਦੀ ਹਾਸੋਹੀਣੀ ਜਿਹੜੀ ਗੱਲ ਆ ਉਹ ਗੋਦੀ ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਆ। ਤੇ ਕਈ ਆਪਦੇ ਆਪ ਨੂੰ ਬੜੇ ਸਿਆਣੇ ਕਹਾਉਣ ਵਾਲੇ, ਇੱਕ ਇੱਥੇ ਵਿਨਾਇਕ ਦੱਤ ਵਾ ਜੀ, ਉਹਦੀਆਂ ਵੀ ਸੋਸ਼ਲ ਮੀਡੀਆ ਤੇ ਜਵਲੀਆਂ ਪੜ੍ਹਨ ਵਾਲੀਆਂ ਨੇ। ਖੈਰ, ਕਾਹਨੂੰ ਨਿੱਜੀ ਟਿੱਪਣੀ ਵੱਲ ਜਾਣਾ, ਮੋਟੇ ਤੌਰ ਦੇ ਉੱਤੇ ਗੱਲ ਇਹ ਹੈ ਕਿ ਇੱਥੇ ਇਹ ਪ੍ਰਭਾਵ ਦੇਣ ਦਾ ਯਤਨ ਹੋ ਰਿਹਾ ਕਿ ਜਦੋਂ ਟਰੂਡੋ ਤੇ ਬਾਈਡਨ ਜਿਹੜੇ ਆ ਉਹ ਸੱਤਾ ਵਿੱਚ ਨਹੀਂ ਰਹਿਣਗੇ, ਉਦੋਂ ਆਪਣੇ ਭਾਰਤ ਦੀ ਕਹਾਣੀ ਪੂਰੀ ਫਿਰ ਠੀਕ ਹੋ ਜਾਣੀ ਹੈ। ਜਦੋਂ ਕਿ ਸੱਚਾਈ ਇਹ ਆ ਕਿ ਉਹਨਾਂ ਮੁਲਕਾਂ ਦੇ ਵਿੱਚ ਰਾਸ਼ਟਰਪਤੀ ਬਦਲਣ ਦੇ ਨਾਲ ਜਾਂ ਸਰਕਾਰਾਂ ਬਦਲਣ ਦੇ ਨਾਲ ਪਾਰਟੀਆਂ ਦੇ ਕਿਸੇ ਅੱਜ ਉਸ ਪਾਰਟੀ ਦੀ ਸਰਕਾਰ ਆ, ਕੱਲ ਨੂੰ ਦੂਜੀ ਪਾਰਟੀ, ਉਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕ੍ਰਾਈਮ ਨੂੰ ਕ੍ਰਾਈਮ ਦੇ ਵਾਂਗ ਹੀ ਨਜਿੱਠਿਆ ਜਾਂਦਾ। ਸੋ ਜਿਹੜੇ ਸਾਡੇ ਇੱਥੇ ਵਿਚਾਰੇ ਐਵੇਂ ਮੁਸ਼ਕੜੀਆਂ ਜਿਹੇ ਹੱਸਦੇ ਫਿਰਦੇ ਆ ਵੀ ਟਰੂਡੋ ਨੇ
ਬਾਈਡਨ ਨੇ ਜਿੰਨਾ ਕੁ ਟਾਈਮ ਹੈਗਾ ਉਹਨਾਂ ਕੁ ਟਾਈਮ ਹੀ ਚੱਲਣੀ ਆ ਗੱਲ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ, ਪਰ ਇਹ ਸੱਚਾਈ ਆ ਕਿ ਚਾਹੇ ਟਰੂਡੋ ਦੀ ਥਾਂ ਤੇ ਕੋਈ ਹੋਰ ਆ ਜੇ, ਚਾਹੇ ਬਾਈਡਨ ਦੀ ਥਾਂ ਤੇ ਕੋਈ ਹੋਰ ਆ ਜੇ, ਮੁਲਕਾਂ ਦੇ ਨਿਜ਼ਾਮ ਨੇ ਇਹ ਕੰਮ ਇਵੇਂ ਹੀ ਕਰਨਾ। ਇਹ ਜਿਹੜਾ ਪੰਗਾ ਹੈ ਇਹ ਹੁਣ ਨਿਬੜਨਾ ਨਹੀਂ। ਤੇ ਜਿਹੜੇ ਜਿਹੜੇ ਲੋਕ, ਜਿਹੜੇ ਜਿਹੜੇ ਬੰਦੇ ਇਸ ਘਿਨਾਉਣੀ ਸਾਜ਼ਿਸ਼ ਦਾ ਹਿੱਸਾ ਰਹੇ ਨੇ, ਉਹ ਮਤ ਸੋਚਣ। ਜਿਵੇਂ ਹੁਣ ਆਹ ਵਿਕਾਸ ਜਾਦਵ ਬਾਰੇ ਕਿਹਾ ਜਾ ਰਿਹਾ ਕਿ ਜੀ ਉਹ ਤਾਂ ਫਰੌਤੀਆਂ ਲੈਂਦਾ ਸੀ, ਉਹ ਤਾਂ ਅਗਵਾ ਕਰਦਾ ਸੀ, ਉਹ ਤਾਂ ਬੇਸ਼ੱਕ ਦੀ ਨੌਕਰੀ ਸਰਕਾਰੀ ਮੁਲਾਜ਼ਮ ਸੀਗਾ, ਪਰ ਉਹਦੇ ਉੱਤੇ ਤਾਂ ਆਹ ਦੇਖੋ ਅਸੀਂ ਮੁਕੱਦਮਾ ਦਰਜ ਕੀਤਾ ਹੋਇਆ। ਇਹ ਮੁਕੱਦਮਾ ਉਹਦੇ ਤੇ ਤਾਂ ਦਰਜ ਕੀਤਾ। ਅੱਛਾ, ਹੋਰ ਇੱਕ ਵਿੱਚ ਮਾਰੀ ਆ ਉਹਦੇ, ਕਹਿੰਦੇ ਜੇ ਤਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਰਲਿਆ ਹੋਇਆ ਸੀ। ਹੁਣ ਇਹ ਸਾਰੀ ਗੱਲ ਇੱਥੇ ਤਾਂ ਕੀਤੀ ਗਈ ਆ ਕਿ ਜੇਕਰ ਅਮਰੀਕਨ ਸਿਸਟਮ ਦੇ ਵੱਲੋਂ ਮੰਗ ਕੀਤੀ ਜਾਊਗੀ ਤਾਂ ਅਸੀਂ ਕਹਾਂਗੇ ਜੀ ਇਹ ਤਾਂ ਸਾਡੇ ਮੁਲਕ ਦੇ ਵਿੱਚ ਇਹਦੇ ਤੇ ਕੇਸ ਚੱਲਦਾ, ਜਿੰਨਾ ਟਾਈਮ ਇਹ ਨਿਬੜਦਾ ਨਹੀਂ ਉਹਨਾਂ ਟਾਈਮ ਅਸੀਂ ਇਹਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦੇ। ਪਰ ਇਹ ਜਿਹੜੀਆਂ ਚਾਲਾਂ ਇੱਥੇ ਚੱਲੀਆਂ ਜਾ ਰਹੀਆਂ ਨੇ ਉਹਦੇ ਨਾਲ ਭਾਰਤ ਦੇ ਲੋਕ ਵੀ ਨਹੀਂ ਕਾਇਲ ਹੋ ਰਹੇ, ਹੋਰ ਤਾਂ ਕਿਸੇ ਨੇ ਕੀ ਕਾਇਲ ਹੋਣਾ। ਖੈਰ, ਕੁੱਲ ਮਿਲਾ ਕੇ ਇਸ ਫਰੰਟ ਦੇ ਉੱਤੇ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਆ, ਡਿਪਲੋਮੈਸੀ, ਕੂਟਨੀਤੀ, ਇਹ ਬੁਰੀ ਤਰ੍ਹਾਂ ਹਾਰੀ ਹੋਈ ਆ। ਸਿਆਸੀ ਸਮੀਕਰਨ ਇੰਟਰਨੈਸ਼ਨਲ ਲੈਵਲ ਤੇ ਜਿਸ ਪਾਸੇ ਨੂੰ ਜਾ ਰਹੇ ਨੇ ਉਹਦੇ ਵਿੱਚ ਹਰ ਮੁਲਕ ਭਾਰਤ ਨੂੰ ਆਪਦੇ ਹਿੱਤਾਂ ਲਈ ਵਰਤਣ ਨੂੰ ਫਿਰਦਾ। ਫੁੱਟਬਾਲ ਵਾਂਗੂ ਹਰੇਕ ਹੀ ਹਿੱਟ ਚੜ੍ਹਨ ਨੂੰ ਫਿਰਦਾ ਕਿ ਮੈਂ ਆਪਦਾ ਕੋਈ ਲਾਹਾ ਇਹ ਫਸੇ ਹੋਏ ਨੇ, ਇਹਦੇ ਤੋਂ ਕੋਈ ਲੈ ਲਵਾਂ। ਖੈਰ, ਜਿਹੜੀ ਦਿਨੋਂ ਦਿਨ ਇਸ ਮੁਲਕ ਦੇ ਵਿੱਚ ਭਾਵਨਾ ਜ਼ੋਰ ਫੜ ਰਹੀ ਆ ਉਹ ਇਹ ਆ ਕਿ ਪਹਿਲਾਂ ਇਹਨਾਂ ਨੇ ਸਿੱਖਾਂ ਨੂੰ ਭਾਰਤ ਵਿੱਚ ਤੇ ਹੁਣ ਵਿਦੇਸ਼ਾਂ ਵਿੱਚ ਜਿਹੜਾ ਕਤਲ ਕਰਨਾ ਸ਼ੁਰੂ ਕੀਤਾ, ਇਹਦੀ ਪ੍ਰਤੀਕਿਰਿਆ ਵਜੋਂ ਜੇ ਕੁਝ ਇਸ ਮੁਲਕ ਦੇ ਵਿੱਚ ਵਾਪਰਦਾ ਉਹ ਇਸ ਮੁਲਕ ਦੇ ਹਾਕਮਾਂ ਦੀ ਜਿਹੜੀ ਕੂਟਨੀਤੀ ਆ, ਜਿਹੜੀ ਭੈੜੀ ਨੀਤੀ ਆ, ਉਹਦੇ ਕਰਕੇ ਵਾਪਰਨਾ। ਕਿਉਂਕਿ ਇਹੀ ਕੁਛ ਇੰਦਰਾ ਗਾਂਧੀ ਨੇ ਕੀਤਾ ਸੀ 1984 ਤੋਂ ਪਹਿਲਾਂ, ਜਦੋਂ ਇਸ ਮੁਲਕ ਦੇ ਲੋਕ, ਮੀਡੀਆ, ਸੱਤਾ ਤੇ ਵਿਰੋਧੀ ਧਿਰ ਸਾਰੇ ਰਲ ਕੇ ਦਹਾਈਆਂ ਦਿੰਦੇ ਸੀ ਕਿ ਛੇਤੀ ਹਮਲਾ ਕਰੋ, ਜੇ ਇੰਨੇ ਮਾੜੇ ਹਾਲਾਤ ਨੇ ਚਾੜ ਦੋ ਟੈਂਕ, ਉਡਾ ਦੋ ਅਕਾਲ ਤਖਤ ਨੂੰ। ਪਰ ਜਦੋਂ ਹਮਲਾ ਹੋਇਆ, ਉਸ ਹਮਲੇ ਤੋਂ 6 ਮਹੀਨੇ ਦੇ ਅੰਦਰ ਅੰਦਰ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲੱਗ ਗਿਆ, ਇਹ ਥੋੜੇ ਵਕਤ ਬਾਅਦ ਸਾਲ 2 ਸਾਲ ਵਿੱਚ ਵੈਦਿਆ ਗੱਡੀ ਚਾੜਤਾ, ਤਾਂ ਇਸੇ ਮੁਲਕ ਦੇ ਅਖਬਾਰਾਂ ਵਾਲੇ ਤੇ ਜਿਹੜੇ ਪਹਿਲਾਂ ਦਮ ਗੱਜੇ ਮਾਰਦੇ ਸੀ ਉਹ ਸਾਰੇ ਪਿੱਟਦੇ ਫਿਰਦੇ ਸੀ। ਤੇ ਅਗਲੇ 10-15 ਸਾਲ ਜੋ ਇਸ ਮੁਲਕ ਨੇ ਝੱਲਿਆ ਉਹ ਸਭ ਦੇ ਸਾਹਮਣੇ ਹੈ। ਸੋ ਹੁਣ ਸਿੱਖਾਂ ਨੂੰ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ। ਜਦੋਂ ਕਿਸੇ ਕੌਮ ਨੂੰ ਬਿਲਕੁਲ ਬੇਦੋਸ਼ੀਆਂ ਨੂੰ ਇਸ ਤਰੀਕੇ ਨਾਲ ਘਾਣ ਕੀਤਾ ਜਾਂਦਾ ਤਾਂ ਕੌਮ ਦੀ ਜਵਾਨੀ, ਕੌਮ ਦਾ ਉਹ ਹਿੱਸਾ ਜਿਹੜਾ ਅਣਖ ਗੈਰਤ ਨਾਲ ਜੁੜਿਆ ਹੁੰਦਾ, ਸਾਡਾ ਤਾਂ ਸਾਰਾ ਇਤਿਹਾਸ ਹੀ ਕੁਰਬਾਨੀਆਂ ਦਾ ਵਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਸਾਡੀਆਂ ਸਾਰੀਆਂ ਜਿਹੜੀਆਂ ਸ਼ਹਾਦਤਾਂ ਨੇ, ਸਾਡੇ ਸੂਰਬੀਰ ਯੋਧਿਆਂ ਦੀ ਜਿਹੜੀ ਘਾਲਣਾ ਹੈ, ਉਹ ਸਾਡੀਆਂ ਅੱਖਾਂ ਦੇ ਮੂਹਰ ਦੀ ਇਹ ਫਿਲਮ ਵਾਂਗੂ ਚੀਜ਼ ਲੰਘਦੀ ਆ ਤੇ ਸਿੱਖ ਨੂੰ ਪ੍ਰੇਰਨਾ ਮਿਲਦੀ ਆ ਕਿ ਧਰਮ ਹੇਤ ਸੀਸ ਕਿਵੇਂ ਵਾਰਨਾ। ਸੋ ਇਹੀ ਕੁਝ ਇੰਦਰਾ ਗਾਂਧੀ ਦੇ ਕਰਕੇ ਇਸ ਮੁਲਕ ਵਿੱਚ ਵਾਪਰਿਆ ਸੀ। ਹੁਣ ਲੱਗਦਾ ਇਹ ਹੈ ਆ ਜਿਹੜੇ ਅਕਾਲੀ ਦਲ ਵਾਲੇ ਲੋਕਾਂ ਨੂੰ ਆਪਦੇ ਸਿਆਸੀ ਸਵਾਰਥਾਂ ਕਰਕੇ ਬੇਵਕੂਫ ਬਣਾਈ ਗਏ ਕਿ ਜੀ ਕਾਂਗਰਸੀ ਮਾੜੀ ਆ, ਬੀਜੇਪੀ ਵਾਲੇ ਬਹੁਤ ਵਧੀਆ। ਹੁਣ ਸਭ ਦੇ ਸਾਹਮਣੇ ਨੰਗਾ ਚਿੱਟਾ ਹੋ ਰਿਹਾ ਕਿ ਜਿਹੜਾ ਕੁਝ ਕਾਂਗਰਸ ਨੇ ਕੀਤਾ ਉਹਦੇ ਨਾਲੋਂ ਵੀ ਮਾੜੀ ਜਿਹੜੀ ਸੋਚ ਆ ਉਹ ਬੀਜੇਪੀ ਵਾਲੇ, ਮੋਦੀ ਵਰਗੇ ਰੱਖੀ ਫਿਰਦੇ ਆ। ਖੈਰ, ਸਭ ਕੁਝ ਲੋਕਾਂ ਦੇ ਸਾਹਮਣੇ ਆ ਵੀ ਰਿਹਾ ਤੇ ਆਏਗਾ ਵੀ। ਪਰ ਸਾਡੀ ਕੌਮ ਦਾ ਇੱਕ ਹਿੱਸਾ
ਜਿਹਨੂੰ ਇਹ ਪਤਾ ਹੀ ਨਹੀਂ ਕਿ ਗਦਾਰੀ ਕੀ ਹੁੰਦੀ ਹੈ। ਆਪਦੀ ਕੌਮ ਦੇ ਹਿੱਤਾਂ ਦੇ ਉਲਟ ਭੁਗਤਣਾ, ਜਿਹੜੀ ਧਿਰ ਤੁਹਾਡੀ ਕੌਮ ਦਾ ਖੁਰਾ ਖੋਜ ਮਿਟਾਉਣ ਦਾ ਅਹਿਦ ਕਰੀ ਬੈਠੀ ਆ, ਉਹਦੇ ਹੱਕ 'ਚ ਭੁਗਤਣਾ, ਇਹੀ ਗਦਾਰੀ ਹੁੰਦੀ। ਸਾਰੇ ਉਹ ਸਿੱਖ ਜਿਹੜੇ ਭਾਰਤੀ ਨਿਜ਼ਾਮ ਦੀ ਪਿੱਠ ਪੂਰਦੇ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਅਸੀਂ ਬੜੀ ਸੱਚੀ ਤੇ ਸੁੱਚੀ ਸੋਚ ਵਾਲੇ ਆ ਤੇ ਅਸੀਂ ਭਾਰਤੀ ਸਟੇਟ ਨਾਲ ਖੜਨਾ, ਇਤਿਹਾਸ ਦੇ ਵਿੱਚ ਇਹ ਲੋਕ ਗਦਾਰ ਮੰਨੇ ਜਾਣਗੇ, ਖਲਨਾਇਕ ਮੰਨੇ ਜਾਣਗੇ ਕਿ ਜਦੋਂ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਭਾਰਤੀ ਸਟੇਟ ਕੋਈ ਕਸਰ ਨਹੀਂ ਸੀ ਛੱਡ ਰਹੀ, ਉਸ ਮੌਕੇ ਤੁਸੀਂ ਉਸ ਸਿਸਟਮ ਦੇ ਨਾਲ, ਉਸ ਨਿਜ਼ਾਮ ਦੇ ਨਾਲ, ਉਸ ਸਰਕਾਰ ਦੇ ਨਾਲ ਖੜੇ ਸੀ। ਇਸ ਤੋਂ ਅੱਗੇ ਸਿੱਖੀ ਦਾ ਹਿੰਦੂਕਰਨ ਜਿਹੜਾ ਹੋ ਰਿਹਾ, ਉਹਦੇ ਵਿੱਚ ਆਏ ਦਿਨ ਨਿਤ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਹੁਣ ਤਾਂ ਸਾਡੇ ਵਿੱਚ ਇੱਕ ਇਹੋ ਜਿਹੀ ਧਿਰ ਪੈਦਾ ਹੋ ਗਈ ਜਿਹੜੀ ਦਿਖਾਵਾ ਤਾਂ ਇਹ ਕਰਦੀ ਆ ਕਿ ਮੇਰੇ ਨਾਲੋਂ ਵੱਧ ਕੌਮ ਦਾ ਫਿਕਰ, ਪੰਥ ਦਾ ਫਿਕਰ ਹੈ ਹੀ ਕਿਸੇ ਨੂੰ ਨਹੀਂ। ਪਰ ਜਦੋਂ ਵੀ ਕੋਈ ਸਿੱਖ ਸਿੱਖੀ ਦਾ ਹਿੰਦੂਕਰਨ ਹੋਣ ਦੇ ਮਸਲੇ ਉੱਤੇ ਸਵਾਲ ਕਰਦਾ ਹੈ, ਉਸ ਮੌਕੇ ਉਹ ਸਭ ਤੋਂ ਵੱਧ ਪੰਥਕ ਦਰਸਾਉਣ ਵਾਲੀ ਧਿਰ ਮੂਹਰੇ ਆ ਕੇ ਖੜ ਜਾਂਦੀ ਆ, ਮਜ਼ਾਕ ਉਡਾਉਂਦੇ ਉਲਟਾ ਕਿ ਇਹ ਗੱਲ ਨਾਲ ਕੀ ਹੋ ਜੂ। ਜਦੋਂ ਕੋਈ ਸਿੱਖ ਕਹਿੰਦਾ ਹੈ ਕਿ ਸਾਨੂੰ ਇਸ ਮੌਕੇ ਹਿੰਦੂ ਹਮਲੇ ਤੋਂ ਸੁਚੇਤ ਹੋਣ ਦੀ ਲੋੜ ਆ, ਜਿਹੜੇ ਲੋਕ ਕਹਿੰਦੇ ਆ ਕਿ ਸਿੱਖ ਲਵ ਕੁਸ਼ ਦੀ ਔਲਾਦ ਨੇ, ਜਿਹੜੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਗੀਤਾ ਦਾ ਛੋਟਾ ਰੂਪ ਆ, ਜਿਹੜੇ ਕਹਿੰਦੇ ਆ ਗੁਰਬਾਣੀ ਵੇਦਾਂ ਦੀ ਗੰਗੋਤਰੀ ਚੋਂ ਨਿਕਲੀ ਆ, ਜਿਹੜੇ ਕਹਿੰਦੇ ਆ ਕਿ ਰਾਮਚੰਦਰ ਕ੍ਰਿਸ਼ਨ ਤੇ ਹੋਰ ਹਿੰਦੂ ਦੇਵੀ ਦੇਵਤੇ ਅਵਤਾਰਾਂ ਭਗਵਾਨਾਂ ਦੀ ਲੜੀ ਵਿੱਚ ਹੀ ਗੁਰੂ ਸਾਹਿਬਾਨ ਨੇ, ਉਹ ਸਾਰੇ ਅਸਲ ਵਿੱਚ ਸਾਡੇ ਧਰਮ ਦਾ ਹਿੰਦੂਕਰਨ ਕਰਨਾ ਚਾਹੁੰਦੇ ਆ। ਇਹੋ ਜਿਹੀ ਸੱਚੀ ਸੁੱਚੀ ਸੋਚ ਵਾਲਿਆਂ ਦੇ ਉਲਟ ਜਿਹੜੇ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਆ। ਹੁਣ ਥੋੜੇ ਦਿਨਾਂ ਨੂੰ ਦੀਵਾਲੀ ਦਾ ਆਉਣਾ ਹੈ। ਸਾਡੇ ਧਰਮ ਦੇ ਵਿੱਚ ਦੀਵਾਲੀ ਵਾਲੇ ਦਿਨ ਸਰਬੱਤ ਖਾਲਸਾ ਹੁੰਦਾ ਰਿਹਾ। ਸਾਡਾ ਇਤਿਹਾਸ ਗਵਾਹ ਆ ਕਿ ਜਦੋਂ ਵੀ ਸਿੱਖ ਜੰਗਲਾਂ ਯੁੱਧਾਂ ਦੇ ਵਿੱਚ ਸੀ, ਦੀਵਾਲੀ ਮੌਕੇ, ਵਿਸਾਖੀ ਮੌਕੇ, ਜਿੱਥੇ ਕੋਈ ਮਰਜ਼ੀ ਹੋਵੇ, ਉਹਨੂੰ ਨਿਸ਼ਾਨੀ ਹੁੰਦੀ ਸੀ ਕਿ ਜਦੋਂ ਹਿੰਦੂ ਦੀਵਾਲੀ ਮਨਾਉਣਗੇ ਜਾਂ ਵਿਸਾਖੀ ਵਾਲਾ ਦਿਨ ਮਨਾਉਣਗੇ, ਉਦੋਂ ਆਪਾਂ ਅੰਮ੍ਰਿਤਸਰ ਤੇ ਦਮਦਮਾ ਸਾਹਿਬ ਇਕੱਠੇ ਹੋਣਾ। ਇਸ ਨਿਸ਼ਾਨੀ ਦੇ ਆਧਾਰ ਤੇ ਸਿੱਖਾਂ ਨੇ ਬਹੁਤ ਔਖੇ ਟਾਈਮਾਂ ਦੇ ਵਿੱਚ ਆਪਣੇ ਮਸਲੇ ਹੱਲ ਕੀਤੇ ਤੇ ਆਪਣੀ ਕੌਮ ਦਾ ਜਿਹੜਾ ਸੰਘਰਸ਼ ਆ ਉਹਦੇ 'ਚ ਯੋਗਦਾਨ ਪਾਇਆ। ਪਰ ਅੱਜ ਦੇ ਹਿਸਾਬ ਨਾਲ ਸਾਡੇ ਭਾਈਚਾਰੇ ਨੂੰ ਹਿੰਦੂਇਜ਼ਮ ਦਾ ਇਹੋ ਜਿਹਾ ਬੁਖਾਰ ਚੜਿਆ ਹੋਇਆ ਕਿ ਆਪਾਂ ਬਹਾਨੇ ਬਣਾ ਬਣਾ ਕੇ ਹਿੰਦੂ ਪੁਣੇ ਵੱਲ ਨੂੰ ਵੱਧਦੇ ਆ, ਉਧਰ ਨੂੰ ਭੱਜਦੇ ਆ। ਇੱਕ ਪਾਸੇ ਨਿਖਲ ਗੁਪਤੇ ਵਰਗੇ ਤੁਹਾਡੀ ਕੌਮ ਦੇ ਸਿੱਖਾਂ ਨੂੰ, ਬੇਦੋਸ਼ੀਆਂ ਨੂੰ ਕਤਲ ਕਰਾਉਂਦੇ ਫਿਰਦੇ, ਅਮਿਤ ਸ਼ਾਹ ਵਰਗੇ, ਮੋਦੀ ਵਰਗੇ। ਦੂਜੇ ਪਾਸੇ ਸਾਡੀ ਕੌਮ ਦੇ ਉਹ ਭੱਦਰ ਪੁਰਸ਼ ਜਿਨ੍ਹਾਂ ਨੂੰ ਹਮੇਸ਼ਾ ਹਿੰਦੂ ਜਜ਼ਬਾਤਾਂ ਦਾ ਫਿਕਰ ਪਿਆ ਰਹਿੰਦਾ, ਇਹਨਾਂ ਨੇ ਕਦੇ ਇਹ ਫਿਕਰ ਨਹੀਂ ਕੀਤਾ ਕਿ ਸਿੱਖੀ ਦੇ ਵੱਖਰੇਪਣ ਦੀਆਂ ਨਿਸ਼ਾਨੀਆਂ ਮਿਟ ਰਹੀਆਂ ਨੇ। ਜਿਹੜੀਆਂ ਗੱਲਾਂ ਦੇ ਨਾਲ ਸਾਡੇ ਬਾਰੇ ਦੁਨੀਆ ਨੂੰ ਪਤਾ ਲੱਗਣਾ ਹੈ ਕਿ ਸਿੱਖ ਹੋਰ ਨੇ ਤੇ ਹਿੰਦੂ ਹੋਰ ਨੇ, ਉਹ ਨਿਸ਼ਾਨੀਆਂ, ਉਹ ਸਬੂਤ, ਉਹ ਤੱਥ ਗਾਇਬ ਕੀਤੇ ਜਾ ਰਹੇ ਨੇ। ਇਹ ਕਦੇ ਨਹੀਂ ਚਿੰਤਾ ਕਰਨੀ। ਪਰ ਜਦੋਂ ਵੀ ਕੋਈ ਸਿੱਖ ਨੌਜਵਾਨ, ਜਦੋਂ ਵੀ ਕੋਈ ਸਿੱਖ ਚਿੰਤਕ ਹਿੰਦੂ ਹਮਲੇ ਦੀ ਗੱਲ ਕਰਦਾ, ਉਹਦੇ ਖਿਲਾਫ ਇਹ ਲੋਕ ਡਟ ਜਾਂਦੇ ਆ। ਇਸ ਤਰ੍ਹਾਂ ਦੀ ਸੋਚ ਨੂੰ ਵੀ ਆਪਾਂ ਗਦਾਰੀ ਕਹੀ ਆ, ਗਦਾਰੀ ਮੰਨਿਆ ਕਰੀ। ਗਦਾਰੀ ਦੇ ਰੂਪ ਕੇਵਲ ਉਹ ਨਹੀਂ ਜੋ ਬੀਤੇ ਦੌਰ ਵਿੱਚ ਮੰਨੇ ਜਾਂਦੇ ਰਹੇ ਨੇ। ਆਪਦੇ ਧਰਮ ਨਾਲ, ਆਪਦੇ ਪੰਥ ਨਾਲ, ਆਪਦੇ ਕੌਮ ਨਾਲ ਉਲਟ ਚੱਲਣਾ ਤੇ ਦੁਸ਼ਮਣ ਦਾ ਪੱਖ ਪੂਰਨਾ ਇੱਕ ਹੋਰ ਬਿਮਾਰੀ ਹੈ। ਕਹਿੰਦੇ ਵੀ
ਮੁਸਲਮਾਨਾਂ ਦੇ ਤਾਂ ਗਲ ਸਿਰ ਪਾੜ ਦਿਓ। ਅਸੀਂ ਵੀ ਮੰਨਦੇ ਹਾਂ ਇੱਕ ਗਰੂਮਿੰਗ ਦੀ ਬਿਮਾਰੀ ਆ। ਮੁਸਲਮਾਨਾਂ ਦਾ ਇੱਕ ਹਿੱਸਾ ਸਾਰੇ ਸੰਸਾਰ ਦੇ ਵਿੱਚ ਰੌਲਾ ਪੈਂਦਾ ਕਿ ਸਿੱਖ ਬੱਚੀਆਂ ਨੂੰ ਬਰਗਲਾਉਂਦਾ ਹੈ ਤੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਉਧਾਲਦਾ ਹੈ। ਉਹਦਾ ਵਿਰੋਧ ਡਟ ਕੇ ਹੋਣਾ ਚਾਹੀਦਾ ਤੇ ਜਾਇਜ਼ ਵੀ ਹੈ। ਤੇ ਇਵੇਂ ਹੀ ਸੋਸ਼ਲ ਮੀਡੀਆ ਦੇ ਉੱਤੇ, ਟਿਕਟੌਕ ਦੇ ਉੱਤੇ, ਹੋਰ ਕਈ ਜਿਹੜੇ ਸੋਸ਼ਲ ਮੀਡੀਆ ਸਾਈਟਸ ਨੇ ਉਹਨਾਂ ਦੇ ਉੱਤੇ ਕੁਝ ਮੁਸਲਮਾਨਾਂ ਦੇ ਚਰਚੇ ਆ ਜਿਹੜੇ ਸਿੱਖ ਫਲਸਫੇ ਦੇ ਉੱਤੇ, ਸਿੱਖ ਇਤਿਹਾਸ ਦੇ ਉੱਤੇ ਬਹੁਤ ਨੀਚ ਤਰ੍ਹਾਂ ਦੀ ਟਿੱਪਣੀਆਂ ਜਿਹੜੀਆਂ ਉਹ ਕਰਦੇ। ਇਹਨਾਂ ਗੱਲਾਂ ਦਾ ਵਿਰੋਧ ਹੋਣਾ ਚਾਹੀਦਾ। ਪਰ ਭਾਰਤ ਦੇ ਵਿੱਚ ਜਿਹੋ ਜਿਹਾ ਮਾਹੌਲ, ਜਿਹੋ ਜਿਹੇ ਹਾਲਾਤ ਸਿੱਖਾਂ ਦੇ ਆ, ਇਹੋ ਜਿਹੇ ਭਾਰਤੀ ਮੁਸਲਮਾਨਾਂ ਦੇ। ਜੇਕਰ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਬੈਠਾ ਮੁਸਲਮਾਨ ਇਹੋ ਜਿਹੀਆਂ ਹਰਕਤਾਂ ਕਰ ਰਿਹਾ ਹੈ ਜਿਹਦੇ ਨਾਲ ਸਿੱਖ ਕੌਮ ਅਤੇ ਮੁਸਲਮਾਨਾਂ ਦਾ ਆਪਸ ਵਿੱਚ ਹੀ ਭੇੜ ਪਵੇ, ਨਫ਼ਰਤ ਵਧੇ, ਤਾਂ ਸਮਝ ਲਵੋ ਕਿ ਉਹ ਮੁਸਲਮਾਨਾਂ ਦੀ, ਭਾਰਤੀ ਮੁਸਲਮਾਨਾਂ ਦੀ ਇੱਕ ਤਰੀਕੇ ਨਾਲ ਕੁੱਤੇ ਖਾਣੀ ਕਰਾਉਣ ਦਾ ਇੰਤਜ਼ਾਮ ਕਰ ਰਹੇ। ਜਦੋਂ ਇੱਥੇ ਲਾਕਡਾਊਨ ਲੱਗਿਆ ਤਾਂ ਸਾਰੇ ਭਾਰਤ ਦੇ ਵਿੱਚੋਂ ਸਿੱਖਾਂ ਨੇ ਕਸ਼ਮੀਰ ਦੀਆਂ ਧੀਆਂ ਭੈਣਾਂ ਨੂੰ ਤੇ ਹੋਰ ਕਸ਼ਮੀਰੀਆਂ ਨੂੰ ਜਿਸ ਤਰੀਕੇ ਨਾਲ ਸਾਂਭਿਆ, ਜਹਾਜ਼ਾਂ ਤੇ ਚੜਾ ਕੇ ਘਰੋਂ ਘਰੀ ਉੱਪੜਦਾ ਕੀਤਾ, ਜਿਸ ਤਰੀਕੇ ਨਾਲ ਉਦੋਂ ਇੱਕ ਦੂਜੇ ਦਾ ਸਾਥ ਸਹਿਯੋਗ ਦਿੱਤਾ, ਉਹਦੀ ਚਰਚਾ ਦਹਾਕਿਆਂ ਤੇ ਸਦੀਆਂ ਤੱਕ ਹੁੰਦੀ ਰਹਿਣੀ ਹੈ। ਦੂਜੇ ਪਾਸੇ ਆਹ ਲੋਕ ਨੇ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਫੜਿਆ ਹੋਇਆ ਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਆਪਸ ਵਿੱਚ ਹੀ ਸਿਰ ਪੜਵਾਉਣੇ। ਇਸ ਭੈੜੀ, ਮਾੜੀ, ਨੀਚ ਬਿਰਤੀ ਵਾਲਿਆਂ ਦਾ, ਮੁਸਲਮਾਨਾਂ ਦਾ ਡਟਵਾਂ ਵਿਰੋਧ ਕਰਨਾ ਬਣਦਾ ਹੈ। ਪਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡਾ ਕੋਈ ਸਦੀਵੀ ਦੋਸਤ ਜਾਂ ਸਦੀਵੀ ਦੁਸ਼ਮਣ ਨਹੀਂ ਹੈ। 1947 ਤੋਂ ਪਹਿਲਾਂ ਜਿਹੜਾ ਹਿੰਦੂ ਭਾਈਚਾਰਾ ਉਹ ਵੀ ਸਾਡੇ ਵਾਂਗ ਹੀ ਗੁਲਾਮ ਸੀ ਤੇ ਇੱਕ ਵਕਤ ਉਹ ਵੀ ਆਇਆ ਇਤਿਹਾਸ ਦੇ ਵਿੱਚ ਜਦੋਂ ਉਹ ਸਾਡਾ ਮੁਹਤਾਜ ਹੁੰਦਾ ਸੀ। ਉਦੋਂ ਸਿੱਖਾਂ ਦੇ ਕੋਲ ਆ ਕੇ ਮਿੰਨਤਾਂ ਤਰਲੇ ਕਰਦੇ ਹੁੰਦੇ ਸੀ। ਪਰ 1947 ਤੋਂ ਬਾਅਦ ਅਗਲਿਆਂ ਦੇ ਬਹੁ ਗਿਣਤੀ ਕਰਕੇ ਉਹਨਾਂ ਕੋਲੇ ਰਾਜ ਦੀ ਤਾਕਤ ਆ ਗਈ ਹੈ। ਹੁਣ ਉਹ ਸਿੱਖਾਂ ਤੋਂ ਗਿਣ ਕੇ ਬਦਲੇ ਲੈ ਰਹੇ ਨੇ। ਇਸ ਮੌਕੇ ਹਿੰਦੂ ਸਿੱਖ ਏਕਤਾ ਦੀ ਤੁਣਤਣੀ ਵਜਾਉਣੀ, ਇਸ ਮੌਕੇ ਭਾਈਚਾਰਕ ਸਾਂਝ ਦੇ ਹੋਕੇ ਦੇਣੇ, ਇਹ ਗਦਾਰੀ ਹੈ। ਇਹ ਗਦਾਰੀ। ਇਸ ਮੌਕੇ ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ, ਹੋਰਨਾਂ ਘੱਟ ਗਿਣਤੀਆਂ ਦੇ ਨਾਲ ਸਾਥ ਸਹਿਯੋਗ ਬਣਾਉਣ ਦੀ ਲੋੜ ਹੈ। ਨੀਤੀ ਤਾਂ ਇੱਥੋਂ ਤੱਕ ਮੰਗ ਕਰਦੀ ਹੈ ਕਿ ਜਿਹੜੇ ਹਿੰਦੂ ਭਾਈਚਾਰੇ ਦੇ ਉਹ ਹਿੱਸੇ ਜਿਹੜੇ ਇਸ ਕੱਟੜਵਾਦ ਤੋਂ ਦੁਖੀ ਨੇ, ਉਹਨਾਂ ਦਾ ਵੀ ਸਾਥ ਸਹਿਯੋਗ ਲੈਣਾ ਦੇਣਾ ਚਾਹੀਦਾ। ਪਰ ਸਾਡੇ ਵਿੱਚ ਇੰਨੀ ਜ਼ਿਆਦਾ ਡੂੰਘੀ ਸਮਝ ਰੱਖਣ ਦੀ, ਇਸ ਤਰੀਕੇ ਨਾਲ ਸੋਚਣ ਦੀ, ਇਸ ਲਿਆਕਤ ਦੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ। ਅਸੀਂ ਵੱਧ ਤੋਂ ਵੱਧ ਦੁਸ਼ਮਣ ਬਣਾਉਣ ਦੇ ਰਾਹ ਤੁਰ ਪਏ। ਸਾਡੇ ਭਾਈਚਾਰੇ ਦੇ ਵਿੱਚ ਧੀਰਜ ਨਾਲ, ਤਹੱਮਲ ਨਾਲ, ਲੰਮੀ ਰੇਸ ਦੇ ਘੋੜੇ ਬਣਨ ਦੀ ਬਿਰਤੀ ਨਹੀਂ ਹੈ। ਠਾ ਗੱਲਾਂ ਮਾਰੋ, ਚੱਕਵੀਆਂ ਜੀਆਂ ਪੰਪ ਜਾਂ ਮਾਰ ਦੋ ਤੇ ਬਹੁਤ ਵਧੀਆ ਗੱਲ। ਜਿਹੜਾ ਕੋਈ ਲੰਮੀ ਰੇਸ ਦਾ ਘੋੜਾ ਬਣਨ ਦਾ ਹੋਕਾ ਦਿੰਦਾ ਉਹਨੂੰ ਕਹਿੰਦੇ ਆ ਤਾਂ ਐਵੇਂ ਮਰੀ ਜਾਂਦਾ। ਚੱਕਵੀਂ ਜੀ ਗੱਲ ਮਾਰੋ ਤੇ ਬਸ ਫਿਰ ਬਹੁਤ ਵਧੀਆ ਗੱਲ। ਸੋ ਸਾਡਾ ਇਸ ਮੌਕੇ ਇਤਿਹਾਸ ਦੇ ਵਿੱਚ ਜੇ ਦੇਖਿਆ ਜਾਵੇ, ਇਹਦੇ ਨਾਲੋਂ ਭੈੜਾ ਸਮਾਂ ਕੋਈ ਨਹੀਂ ਆਇਆ। ਜੇਕਰ ਸਾਡੇ ਭਾਈਚਾਰੇ ਦੇ, ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖਾਂ ਦੇ ਸਰੋਕਾਰ
ਜਿਹਦੀ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਵਰਗੇ ਮੁਲਕਾਂ ਨੂੰ ਸਾਡੇ ਲਈ ਹਾਂ ਦਾ ਨਾਅਰਾ ਮਾਰਨਾ ਪੈ ਰਿਹਾ, ਤਾਂ ਸਾਡੇ ਹਿੱਤ ਜਿਹੜੇ ਨੇ ਕੁਝ ਬਚ ਰਹੇ ਨੇ। ਜਿਹੋ ਜਿਹਾ ਦੁਸ਼ਮਣ 1947 ਮੌਕੇ ਸਿੱਖਾਂ ਦੇ ਝੋਲੀ 'ਚ ਪਿਆ ਹੈ, ਇਹ ਬਹੁਤ ਖਤਰਨਾਕ। ਸਿੱਖਾਂ ਨੂੰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ 5 ਸਦੀਆਂ ਤੋਂ ਉਹ ਅੰਦਰ ਜ਼ਹਿਰ ਲੈ ਕੇ 500 ਸਾਲ ਦੀ ਨਫ਼ਰਤ ਲੈ ਕੇ ਅਗਲੇ ਮੈਦਾਨ 'ਚ ਆਏ ਹੋਏ ਨੇ। ਉਹਨਾਂ ਨੂੰ ਕੀ ਲੋੜ ਆ ਵੀ ਨਿੱਤ ਤੁਹਾਡੇ ਮੂਹਰੇ ਆ ਕੇ ਦਮ ਗੱਜੇ ਮਾਰਨ ਕੇ ਅਸੀਂ ਤੁਹਾਡਾ ਘਾਣ ਕਰਨਾ। ਉਹਨਾਂ ਨੇ ਇੱਕ ਵਾਰੀ ਮਿਥ ਲਿਆ ਜਿੱਦਣ ਉਹਨਾਂ ਨੇ ਕਿਹਾ ਸੀ ਸਿੱਖ ਹਿੰਦੂ ਨੇ। ਜਿਹਨੇ ਵੀ ਉਹ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ, ਜਿਹਨੇ ਵੀ ਉਹਦੇ ਉੱਤੇ ਦਸਤਖਤ ਕੀਤੇ ਨੇ, ਜਿਹਨੇ ਵੀ ਉਹ ਸੰਵਿਧਾਨ ਬਣਾਇਆ, ਉਹ ਖਾਲਸਾ ਪੰਥ ਦਾ ਗੁਨਾਹਗਾਰ। ਤੇ ਸਾਡੇ ਵਿੱਚੋਂ ਉਹ ਸਿੱਖ ਜਿਹੜੇ ਸਿੱਖੀ ਦਾ ਵੱਖਰਾਪਣ ਖਤਮ ਕਰਕੇ ਸਿੱਖਾਂ ਦਾ ਹਿੰਦੂਕਰਨ ਕਰਾਉਣ ਵਾਲੀਆਂ ਖੇਡਾਂ ਦਾ ਹਿੱਸਾ ਨੇ, ਜਿਹੜੇ ਸਿੱਖਾਂ ਦੇ ਵਿਲੱਖਣ, ਅੱਡਰੇ ਤੇ ਹਿੰਦੂ ਤੋਂ ਆਜ਼ਾਦ ਰੂਪ ਸਰੂਪ ਦਾ, ਸਿਧਾਂਤ ਦਾ ਮਾਣ ਨਹੀਂ ਕਰਦੇ, ਉਲਟਾ ਉਹਦਾ ਘਾਟਾ ਨਾਵਾਚਕ ਗੱਲ ਕਰਦੇ ਆ, ਇਹ ਗਦਾਰੀ ਹੈ। ਸੋ ਸਾਡੇ ਆਲੇ ਦੁਆਲੇ ਦੇ ਵਿੱਚ ਜੋ ਕੁਝ ਵਾਪਰ ਰਿਹਾ, ਉਹਨੂੰ ਇੱਕ ਕੌਮ ਦੇ ਤੌਰ ਤੇ ਸੋਚਣ ਦੀ ਲੋੜ ਆ। ਇਹ ਨਿੱਕੀਆਂ ਗੱਲਾਂ ਨਹੀਂ ਹੈ। ਸਾਡੇ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਅੱਜ ਤੱਕ ਨਹੀਂ ਸਮਝ ਸਕੇ ਕਿ ਹਿੰਦੂਆਂ ਵਿੱਚੋਂ ਕਦੇ ਕਿਸੇ ਨੇ ਇਹ ਔਰ ਖੜ ਕੇ ਸਟੈਂਡ ਲੈ ਕੇ ਡਟ ਕੇ ਨਹੀਂ ਕਿਹਾ ਕਿ ਅਸੀਂ ਹਿੰਦੂ ਰਾਸ਼ਟਰ ਦਾ ਵਿਰੋਧ ਕਰਦੇ ਹਾਂ, ਜਾਂ ਉਹ ਗੱਜ ਵੱਜ ਕੇ ਹਮਾਇਤ ਕਰਦੇ ਆ, ਜਾਂ ਖਾਮੋਸ਼ ਸਹਿਮਤੀ ਦਿੰਦੇ, ਵਿਰੋਧ ਨਹੀਂ ਕਰਦੇ। ਪਰ ਸਾਡੀ ਕੌਮ ਦਾ ਜਿਹੜਾ ਉੱਠਦਾ, ਉਹ ਸਭ ਤੋਂ ਪਹਿਲਾਂ ਮੂੰਹ ਖੋਲ ਕੇ ਖਾਲਿਸਤਾਨ ਦੇ ਖਿਲਾਫ ਬੋਲਦਾ, ਸਿੱਖਾਂ ਦੀ ਆਜ਼ਾਦ ਕੌਮੀ ਘਰ ਦੀ ਰੀਝ ਆ ਜਿਹੜੀ, ਉਹਦੇ ਖਿਲਾਫ ਬੋਲਦਾ, ਰਾਜ ਕਰੇਗਾ ਖਾਲਸਾ ਦੀ ਭਾਵਨਾ ਦੇ ਖਿਲਾਫ ਬੋਲਦਾ। ਤੇ ਇਸ ਤੋਂ ਅੱਗੇ ਇੱਕ ਉਹ ਬਿਮਾਰੀ ਪੈਦਾ ਹੋ ਗਈ, ਜਿਹੜੇ ਕਹਿੰਦੇ ਜੀ ਐਵੇਂ ਸਿੱਖਾਂ ਦੇ ਰਾਜ ਦੀ ਗੱਲ, ਖਾਲਿਸਤਾਨ ਦੀ ਗੱਲ ਝੂਠੀ ਗੱਲ ਆ ਜੀ, ਖਾਲਸੇ ਨੇ ਤਾਂ ਸਾਰੀ ਦੁਨੀਆ ਤੇ ਰਾਜ ਕਰਨਾ। ਇਹ ਗਪੌੜਾ, ਇਹ ਝੂਠ, ਇਹ ਅਡੰਬਰ, ਇਹ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਦਾ ਦਿਮਾਗ ਜਿਹੜਾ ਹੈ ਉਹ ਭੰਗ ਭੁੰਗ ਨੇ ਜਾਂ ਕਿਸੇ ਹੋਰ ਨਸ਼ੇ ਨੇ ਖਰਾਬ ਕੀਤਾ ਹੋਇਆ। ਜਿਹੜੀ ਹਕੀਕਤ ਵਾਲੀ ਗੱਲ ਆ ਉਹ ਇਹ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪੰਜਾਬ ਦੀ ਧਰਤੀ ਇਹ ਤਾਂ ਖਾਲਸਾ ਰਾਜ ਦੀ ਧਰਤੀ ਹੈ ਹੀ ਹੈ। ਇਹ ਤੋਂ ਬਿਨਾਂ ਆਲੇ ਦੁਆਲੇ ਜਿੱਥੋਂ ਤੱਕ ਸਾਡਾ ਹੋ ਸਕਦਾ ਰਾਜ ਹੋਣਾ ਚਾਹੀਦਾ, ਇਸ ਧਰਤੀ ਉੱਤੇ ਹੋਣਾ ਚਾਹੀਦਾ। ਭਾਰਤ ਦੇ ਇਸ ਖਿੱਤੇ ਵਿੱਚ ਜਿੱਥੇ ਪੰਜਾਬ ਕਹਿੰਦੇ ਆ, ਇੱਥੇ ਹੋਣਾ ਚਾਹੀਦਾ। ਇਹ ਬਿਲਕੁਲ ਬੇਬੁਨਿਆਦ, ਬੇਲੋੜੀ ਤੇ ਐਵੇਂ ਗੱਲ ਹੈ ਕਿ ਜੀ ਸਾਰੇ ਦੁਨੀਆ ਤੇ ਖਾਲਸੇ ਨੇ ਰਾਜ ਕਰਨਾ। ਉਹ ਇੱਕ ਪਤਾ ਨਹੀਂ ਕਿਹੜੇ ਮੂਡ 'ਚ, ਕਿਹੜੇ ਭਾਵਨਾ 'ਚ ਕਿਸੇ ਨੇ ਗੱਲ ਕਹੀ। ਇਹਦੇ ਅਰਥ ਜਿਹੜੇ ਆ ਲਈ ਫਿਰਦੇ ਆ ਕਿ ਜੀ ਬਸ ਆਪਾਂ ਇੱਕ ਹੋਰ ਗੱਲ ਕੱਢੀ ਫਿਰਦੇ ਆ, ਅਖੇ ਜੀ ਸਿੱਖਾਂ ਨੇ ਤਾਂ ਦਿਲਾਂ ਤੇ ਰਾਜ ਕਰਨਾ, ਲੋਕਾਂ ਦੇ ਦਿਲ ਜਿੱਤਣੇ ਆ। ਕਿਵੇਂ ਜਿੱਤਣੇ ਆ? ਲੰਗਰ ਲਾ ਦੋ ਤੇ ਦਵਾਈਆਂ ਵੰਡੋ, ਸਰਬੱਤ ਦਾ ਭਲਾ ਕਰੋ, ਚੰਗੇ ਕੰਮ ਕਰੋ। ਇਹ ਗੱਲਾਂ ਬਿਲਕੁਲ ਸਾਡੇ ਧਰਮ ਦਾ ਹਿੱਸਾ ਹੈਗੀਆਂ, ਪਰ ਜਿਵੇਂ ਅੱਜ ਇਹਨਾਂ ਦਾ ਰੂਪ ਬਣਾਇਆ ਜਾ ਰਿਹਾ, ਜਿਹੜੀ ਵਿਆਖਿਆ ਅੱਜ ਕਰਕੇ ਸਿੱਖਾਂ ਨੂੰ ਭਰਮਾਇਆ ਜਾ ਰਿਹਾ, ਇਹ ਗੱਲ ਨਾ ਗੁਰੂ ਸਾਹਿਬ ਨੇ ਕਦੇ ਸੋਚੀ ਹੈ, ਨਾ ਕਦੇ ਕੀਤੀ ਹੈ। ਇਹ ਇਹਨਾਂ ਦੇ ਆਪ ਦੇ ਦਿਮਾਗ ਦੀਆਂ ਖੁਰਾਫਾਤਾਂ ਨੇ। ਭਾਈ ਜੇਕਰ ਤੁਸੀਂ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕਦੇ, ਕੋਈ ਗੱਲ। ਜੇ ਤੁਸੀਂ ਖਾਲਿਸਤਾਨ ਦਾ ਝੰਡਾ, ਖਾਲਿਸਤਾਨ ਦਾ ਨਾਰਾ ਅਪਣਾਉਣ ਜੋਗੇ ਨਹੀਂ ਹੈ, ਕੋਈ ਗੱਲ ਨਹੀਂ, ਪਰ ਤੁਸੀਂ ਇਹਦੇ ਖਿਲਾਫ ਨਾ ਖੜੇ ਹੋਵੋ ਤੇ ਇਹ ਨਾ ਕਦੇ ਕਰੋ ਕਿ ਇਹਦੀ ਵਿਆਖਿਆ ਬਦਲਣੀ। ਸਾਨੂੰ ਉਹਨਾਂ ਸਿੱਖਾਂ ਦੇ ਉੱਤੇ ਭੋਰਾ ਵੀ ਇਤਰਾਜ਼ ਨਹੀਂ ਜਿਹੜੇ
ਚੁੱਪ ਨੇ ਪਰ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੇ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਵਕਤ ਆਏਗਾ ਇਹਨਾਂ ਦੇ ਹੀ ਪਰਿਵਾਰਾਂ ਚੋਂ, ਇਹਨਾਂ ਦੇ ਹੀ ਘਰਾਂ ਚੋਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਖਾਲਿਸਤਾਨ ਦੇ ਰਾਹ ਤੁਰ ਸਕਦਾ। ਅਸੀਂ ਤਾਂ ਇੱਥੋਂ ਤੱਕ ਸੋਚ ਕੇ ਬੈਠੇ ਹਾਂ ਕਿ ਜਿਹੜੇ ਲੋਕ ਅੱਜ ਖਾਲਿਸਤਾਨ ਨਾਲ ਸਹਿਮਤ ਨਹੀਂ ਹੈਗੇ, ਪਤਾ ਨਹੀਂ ਜ਼ਿੰਦਗੀ 'ਚ ਕਦੋਂ ਕਿਹੜਾ ਪਲ ਆ ਜਾਣਾ। ਕਿਉਂਕਿ ਮੈਂ ਤਾਂ ਇਹੀ ਹੁਣ ਤੱਕ ਦੇਖਿਆ ਕਿ ਜੇਕਰ ਕਿਸੇ ਨੂੰ ਸਮਝਾ ਕੇ, ਕਿਸੇ ਨੂੰ ਤੱਥਾਂ ਨਾਲ, ਦਲੀਲਾਂ ਨਾਲ ਗੱਲ ਕਰਕੇ ਚਾਹੀਏ ਇਹਨੂੰ ਖਾਲਿਸਤਾਨ ਦੇ ਰਾਹ ਤੋਰਨਾ, ਬਿਲਕੁਲ ਨਹੀਂ ਹੋ ਸਕਦਾ। ਹੁਣ ਤੱਕ ਜਿੰਨੇ ਖਾਲਿਸਤਾਨੀ ਬਣਾਏ ਨੇ ਉਹ ਭਾਰਤੀ ਸਟੇਟ ਦੇ ਜ਼ੁਲਮਾਂ ਨੇ ਬਣਾਏ, ਉਹ ਹਿੰਦੂ ਤਵੀਆਂ ਦੇ ਅਤਿਆਚਾਰ ਨੇ ਬਣਾਏ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖ ਜਦੋਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਫਾਂਸੀ ਮੌਕੇ, ਉਹਦੇ ਵਿੱਚ ਇਹ ਸ਼ਬਦ ਮੋਟੇ ਤੌਰ ਤੇ ਲਿਖੇ ਸੀ ਕਿ ਖਾਲਿਸਤਾਨ ਦੀ ਮੰਗ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਗਏ ਅਤਿਆਚਾਰ ਦੇ ਬਦਲੇ ਵਿੱਚ ਉੱਠੀ। ਸੋ ਹਰ ਇੱਕ ਖਾਲਿਸਤਾਨੀ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਹੈ ਕਿ ਮੈਂ ਖੁਦ ਇਸ ਗੱਲ ਦਾ ਆਪ ਵੀ, ਸਾਨੂੰ ਵੀ 26 ਜਨਵਰੀ ਤੇ 15 ਅਗਸਤ ਨੂੰ ਤਿਰੰਗਾ ਝੰਡਾ ਚੜ੍ਹਦਾ ਦੇਖ ਕੇ ਬੜਾ ਖੁਸ਼ੀ ਹੋਣੀ, ਬੜਾ ਚਾਅ ਚੜ੍ਹਨਾ, ਟੀਵੀ ਤੇ ਬੈਠੇ ਰਹਿਣਾ। ਪਰ ਬਾਅਦ 'ਚ ਅਕਲ ਆਈ ਵੀ ਇਹ ਤਿਰੰਗਾ ਝੰਡਾ ਤਾਂ ਉਹਨਾਂ ਟੈਂਕਾਂ ਤੇ ਲੱਗਿਆ ਹੋਇਆ ਸੀ ਜਿਹੜੇ ਸਾਡੇ ਸਭ ਤੋਂ ਮੁੱਖ ਅਸਥਾਨ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਟੈਂਕ ਬੰਬ ਗੋਲੇ ਚਲਾਉਣ ਆਏ ਸੀ। ਧੰਨ ਨੇ ਉਹ ਸੂਰਮੇ ਜਿਨ੍ਹਾਂ ਨੇ 1984 ਤੋਂ ਬਾਅਦ ਕੌਮ ਦੀ ਲੜਾਈ ਲੜੀ, ਪੰਥ ਦਾ ਸਿਰ ਉੱਚਾ ਕੀਤਾ, ਸਿੱਖਾਂ ਦੀ ਰੁਲਦੀ ਫਿਰਦੀ ਪੱਗ ਚੱਕ ਕੇ ਸਿੱਖਾਂ ਦੇ ਸਿਰ ਤੇ ਟਿਕਾਈ। ਉਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖ, ਖਾਸ ਤੌਰ ਦੇ ਉੱਤੇ ਭਾਈ ਬਲਜਿੰਦਰ ਸਿੰਘ ਰਾਜੂ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਭਾਈ ਮਥੁਰਾ ਸਿੰਘ ਵਰਗੇ ਤੇ ਹੋਰ ਗੁਰਸਿੱਖ ਪਿਆਰੇ ਸਾਰਿਆਂ ਦਾ ਸ਼ਹੀਦੀ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਰਤਨਗੜ੍ਹ ਪਿੰਡ, ਜਿਹੜਾ ਭਾਈ ਬਲਜਿੰਦਰ ਸਿੰਘ ਰਾਜੂ ਦਾ ਪਿੰਡ, ਉੱਥੇ ਮਨਾਇਆ ਜਾਣਾ ਖੜਕੀਆਂ ਦੇ ਕੋਲੇ 26 ਅਕਤੂਬਰ ਨੂੰ। ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਭਾਈ ਬਲਜਿੰਦਰ ਸਿੰਘ ਰਾਜੂ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਰਿਸ਼ਤੇਦਾਰੀ ਚੋਂ ਸੀ ਤੇ ਰਾਜਸਥਾਨ ਵਿੱਚ ਰਹਿੰਦਾ ਸੀ। ਰਾਜਸਥਾਨ ਵਿੱਚ ਜਿਹੜੇ ਕਾਲਜ ਵਿੱਚ ਉਹ ਪੜ੍ਹਦਾ ਸੀ ਉੱਥੇ ਭਾਈ ਸੁਖਦੇਵ ਸਿੰਘ ਸੁੱਖਾ ਪੜ੍ਹਦਾ ਸੀ ਤੇ ਇਸ ਦੋਨਾਂ ਦੀ ਸਾਂਝ ਵਿੱਚੋਂ, ਦੋਸਤੀ ਦੇ ਵਿੱਚੋਂ ਭਾਈ ਸੁੱਖੇ ਨਾਲ ਭਾਈ ਜਿੰਦੇ ਦਾ ਮੇਲ ਬਣਿਆ ਤੇ ਕਿੱਥੇ ਰਾਜਸਥਾਨ, ਕਿੱਥੇ ਕਾਲਜ 'ਚ ਪੜ੍ਹਦੇ, ਕਿੱਥੇ ਸੁੱਖੇ ਨਾਲ ਭਾਈ ਨਾਲ ਸਾਂਝ ਤੇ ਕਿੱਥੇ ਭਾਈ ਜਿੰਦੇ ਸੁੱਖੇ ਨੇ ਇਨਕਲਾਬੀ ਕਦਮ ਚੱਕੇ। ਪੰਥ ਦੀ ਜਿਹੜੀ ਸਿਰ ਤੇ ਪੱਗ, ਵੈਦਿਆ ਵਾਲਾ ਕੰਮ ਜੇ ਨਾ ਹੁੰਦਾ, ਇੰਦਰਾ ਵਾਲਾ ਕੰਮ ਜੇ ਨਾ ਹੁੰਦਾ ਤਾਂ ਸਾਡਾ ਇਤਿਹਾਸ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਆ ਅਣਜਾਣ ਅਣਭੋਲ ਜਿਨ੍ਹਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਾਲੇ ਆ, ਉਹ ਵਿਚਾਰੇ ਸਾਡੀ ਕੌਮ ਦੇ ਬੱਚੇ ਸੋਸ਼ਲ ਮੀਡੀਆ ਦੇ ਰਾਹੀਂ ਬਰਗਾਏ ਗਏ, ਉਹਨਾਂ ਨੂੰ ਬੀਤੇ ਸਿੱਖ ਸੰਘਰਸ਼ ਦੇ, ਖਾਸ ਤੌਰ ਤੇ ਜੁਝਾਰੂ ਸੰਘਰਸ਼ ਦੇ ਉਲਟ ਭਗਤਾਇਆ ਜਾ ਰਿਹਾ। ਉਹਨਾਂ ਦੇ ਦਿਲ ਦਿਮਾਗ ਵਿੱਚ ਖਾਲਿਸਤਾਨੀ ਖਾੜਕੂਆਂ ਦੇ ਖਿਲਾਫ ਨਫ਼ਰਤ ਭਰੀ ਜਾ ਰਹੀ ਹੈ। ਦਿਨੋਂ ਦਿਨ ਇਹ ਨਫ਼ਰਤ ਤੇ ਕੜਤਣ ਤੇ ਆਪਸ ਵਿੱਚ ਵੀ ਸਾਡੀ ਇਹ ਜਿਹੜੀ ਜਵਾਨੀ ਆ ਇੰਨੀ ਬੁਰੀ ਤਰ੍ਹਾਂ ਉਲਝ ਰਹੀ ਹੈ ਕਿ ਇੱਕ ਨੌਜਵਾਨ ਦਾ ਕਤਲ ਹੋ ਚੁੱਕਿਆ, ਭਾਈ ਗੁਰਪ੍ਰੀਤ ਸਿੰਘ ਹਰੀ ਨਾਂ ਦਾ। ਉਹਦੇ ਕਤਲ ਦੇ ਵਿੱਚ ਦੂਜਿਆਂ ਦਾ ਨਾਂ ਆ ਗਿਆ ਤੇ ਇਸ ਤਰੀਕੇ ਨਾਲ ਜਿਵੇਂ ਕਿਸੇ ਵੇਲੇ ਖਾੜਕੂ ਸੰਘਰਸ਼ ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਦੇ
ਸਮਰਥਕ ਆਪਸ ਵਿੱਚ ਹੀ ਉਲਝ ਗਏ ਸੀ, ਉਵੇਂ ਦਾ ਮਾਹੌਲ ਹੁਣ ਸਿਰਜਿਆ ਜਾ ਰਿਹਾ। ਦੂਰ ਦੂਰ ਤੱਕ ਕੋਈ ਇਹੋ ਜਿਹੀ ਸ਼ਖਸੀਅਤ ਨਹੀਂ ਦਿਖ ਰਹੀ ਜਿਹੜੀ ਇਸ ਕਤਲੋਗਾਰਦ ਨੂੰ, ਨਿਆਣਿਆਂ ਦੀ, ਬੱਚਿਆਂ ਦੀ ਇਸ ਆਪਸੀ ਕੜਤਣ ਨੂੰ ਘਟਾ ਸਕੇ, ਨੇੜੇ ਲਿਆ ਸਕੇ। ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਔਰ ਇਹ ਅਫਸੋਸ ਵਾਲੀ ਗੱਲ ਹੈ ਕਿ ਭਰਾ ਮਾਰੂ ਜੰਗ ਵਾਲਾ ਮਾਹੌਲ ਜਿਹੜਾ ਉਹ ਵੱਧਦਾ ਜਾ ਰਿਹਾ। ਅੱਜ ਕਿਸੇ ਚੈਨਲ ਵਾਲੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪੁੱਛਿਆ, ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਅਸੀਂ ਆਪਦੇ ਵੱਲੋਂ ਕੀ ਕਹੀਏ ਕਿ ਕੌਣ ਠੀਕ ਆ ਤੇ ਕੌਣ ਗਲਤ ਹੈ। ਉਹਨਾਂ ਨੇ ਇੱਕ ਗੱਲ ਆਖੀ ਆ ਕਿ ਅਸੀਂ ਅਦਾਲਤ ਦਾ ਫੈਸਲਾ ਉਡੀਕਾਂਗੇ, ਫੇਰ ਕੋਈ ਗੱਲ ਕਵਾਂਗੇ। ਹੋਰ ਵੀ ਬਹੁਤ ਸਾਰੇ ਲੋਕ ਇਹ ਗੱਲ ਸੋਚਦੇ ਹੋਣਗੇ, ਪਰ ਕੀ ਅਦਾਲਤਾਂ ਸਹੀ ਫੈਸਲੇ ਦਿੰਦੀਆਂ ਨੇ? ਇੱਥੇ ਪੁਲਿਸ ਜਦੋਂ ਝੂਠੇ ਮੁਕੱਦਮੇ ਦਰਜ ਕਰ ਸਕਦੀ ਹੈ, ਮੈਂ ਬਹੁਤ ਸਾਰੀਆਂ ਗੱਲਾਂ ਵਿੱਚ ਭਾਈ ਅਮਰਤਪਾਲ ਸਿੰਘ ਨਾਲ, ਉਹਨਾਂ ਦੇ ਸਾਥੀਆਂ ਨਾਲ, ਉਹਨਾਂ ਦੇ ਵਰਕਿੰਗ ਸਟਾਈਲ ਨਾਲ ਅਸਹਿਮਤ ਹੋ ਸਕਦਾ, ਪਰ ਆ ਜਿਹੜੀ ਭਾਈ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲ ਦੇ ਵਿੱਚ ਉਹਨਾਂ ਦੇ ਨਾਂ ਦੀ ਚਰਚਾ ਬਹੁਤ ਮੰਦਭਾਗੀ ਹੈ, ਬਹੁਤ ਮੰਦਭਾਗੀ। ਜਿਹੜੇ ਇਸ ਘਟਨਾਕ੍ਰਮ ਨਾਲ ਜੁੜੇ ਹੋਏ ਲੋਕ ਨੇ ਉਹ ਕੌਣ ਨੇ? ਉਹ ਸਾਰੇ ਸਾਡੀ ਕੌਮ ਦੇ ਬੱਚੇ, ਸਾਡੀ ਕੌਮ ਦੇ ਸਾਡੇ ਛੋਟੇ ਭਰਾ ਹੈ। ਇਸ ਮਾਹੌਲ ਦਾ ਸ਼ਿਕਾਰ ਹੋ ਕੇ ਜੇ ਇੱਕ ਜਾਨ ਚਲੀ ਗਈ, ਜੇ ਇੱਥੇ ਹੀ ਗੱਲ ਰੁਕ ਜਾਵੇ ਤਾਂ ਵੀ ਆਪਾਂ ਕਹਾਂਗੇ ਕਿ ਚਲੋ ਬਚਾਅ ਹੋ ਗਿਆ। ਪਰ ਜਿੱਧਰ ਨੂੰ ਗੱਲ ਧੱਕੀ ਜਾ ਰਹੀ ਹੈ, ਕੁਛ ਸ਼ੈਤਾਨ ਬਿਰਤੀ ਲੋਕ ਲਾਂਬੂ ਲਾ ਰਹੇ ਨੇ, ਵਰਦੀ ਉੱਤੇ ਹੋਰ ਜ਼ਿਆਦਾ ਭਾਂਬੜ ਮਚਾਉਣ ਦੇ ਲਈ ਲੋਕ ਲੱਗੇ ਹੋਏ ਨੇ। ਤੇ ਇਸ ਮਾਹੌਲ ਦੇ ਵਿੱਚ ਸਾਡੇ ਸਾਰਿਆਂ ਦੇ ਧੁਰ ਅੰਦਰੋਂ ਅਰਦਾਸ ਨਿਕਲਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਤੇ ਰਹਿਮ ਕਰੋ। ਜਿਹੜੇ ਇਹ ਬੱਚੇ, ਇਹਨਾਂ ਦੀਆਂ ਗਲਤੀਆਂ ਗੜਬੜਾਂ ਆਪਦੀ ਥਾਂ ਤੇ ਨੇ, ਉਹ ਜਿਹੜੇ ਮਸਲੇ ਉਹ ਜੁਦਾ ਮਸਲੇ, ਉਹ ਜਦੋਂ ਤਜਰਬਾ, ਮੈਨੂੰ ਖੁਦ ਨੂੰ ਪਤਾ ਕਿ ਜਦੋਂ ਪਹਿਲਾਂ ਅਸੀਂ ਸੰਘਰਸ਼ ਦੀਆਂ ਸਾਫਾਂ ਚ ਆਏ, ਸਾਤੋਂ ਜਿਹੜੇ ਸੀਨੀਅਰ ਸੀ ਅਸੀਂ ਉਹਨਾਂ ਤੋਂ ਸਿੱਖਣਾ, ਸਮਝਣਾ, ਝੜਕਾਂ ਵੀ ਖਾਧੀਆਂ, ਗਲਤ ਬਿਆਨੀਆਂ ਵੀ ਕੀਤੀਆਂ, ਗਲਤ ਕਈ ਵਾਰੀ ਕੰਮ ਵੀ ਕੀਤੇ ਹੋਣੇ ਆ, ਪਰ ਆਖਰ ਹੌਲੀ ਹੌਲੀ ਗਲਤੀਆਂ ਘਟਦੀਆਂ ਗਈਆਂ। ਅੱਜ ਵੀ ਗਲਤੀਆਂ ਹੋ ਸਕਦੀਆਂ, ਹੁੰਦੀਆਂ ਹੋਣਗੀਆਂ, ਕੌਮ ਸਮਰੱਥਾ, ਵੱਡੇ ਛੋਟੇ ਭਰਾ ਰੋਕ ਟੋਕ ਸਕਦੇ, ਪਰ ਇਹ ਜਿਹੜਾ ਅੱਜ ਦਾ ਨੌਜਵਾਨ ਵਰਗ ਆ ਉਹਦਾ ਉਹੋ ਜਿਹਾ ਮਿਹਦਾ, ਉਹੋ ਜਿਹਾ ਹਾਜ਼ਮਾ ਨਹੀਂ ਹੈ। ਜਜ਼ਬਾਤੀ ਨੌਜਵਾਨ ਹੈ ਤੇ ਕੋਈ ਵੀ ਚਾਲੂ ਬੰਦਾ ਇਹਨਾਂ ਨੂੰ ਵਰਤ ਸਕਦਾ। ਉਹ ਜਿਹੜਾ ਭਾਈ ਅਮਰਤਪਾਲ ਸਿੰਘ ਵਾਲਾ ਵਰਤਾਰਾ ਜਿਹਦੇ ਵਿੱਚ ਉਹਦਾ ਨਾਂ ਲਿਆ ਜਾ ਰਿਹਾ ਕਤਲ ਦੇ ਵਿੱਚ, ਇਸ ਗੱਲ ਦੇ ਉੱਤੇ ਸਾਡੇ ਆਲੇ ਦੁਆਲੇ ਦੇ ਵਿੱਚ ਬਹੁਤ ਭਾਰੀ ਚਿੰਤਾ ਜਿਹੜੀ ਹੈ ਉਹ ਹੋਣੀ ਚਾਹੀਦੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਰੇਕ ਬੰਦਾ ਇਸ ਗੱਲ ਤੋਂ ਟਾਲਾ ਜਿਹਾ ਵੱਟ ਕੇ ਲੰਘ ਜਾਣਾ ਚਾਹੁੰਦਾ, ਕਿਉਂਕਿ ਬੀਤੇ ਦੌਰ ਦੇ ਵਿੱਚ ਕਾਫੀ ਕੁਝ ਇਹੋ ਜਿਹਾ ਵਾਪਰਿਆ। ਹਰੇਕ ਬੰਦਾ ਇਹ ਸੋਚਣ ਲੱਗ ਗਿਆ ਕਿ ਐਵੇਂ ਮੇਰੀ ਬੇਇੱਜ਼ਤੀ ਨਾ ਕਰ ਦੇਵੇ ਕੋਈ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹ ਪਤਾ ਹੀ ਨਹੀਂ ਕਿਹਨੇ ਕੀ ਲਿਖ ਦੇਣਾ। ਪਰ ਹੈ ਤਾਂ ਸਾਡੇ ਆਪਣੇ ਨੇ। ਠੀਕ ਆ ਕਿ ਉਹਨਾਂ ਨਾਲ ਕਿਸੇ ਗੱਲੋਂ, ਕਿਸੇ ਮਸਲੇ ਤੇ, ਕਿਸੇ ਨੌਤੇ ਤੇ ਬੇਇਤਫਾਕੀ ਹੈ, ਪਰ ਸਟੇਟ ਦੇ ਸਾਹਮਣੇ ਸਭ ਨੂੰ ਏਦਾਂ ਸੁੱਟੀ ਜਾਣਾ। ਜਦੋਂ ਇਹ ਗੱਲ ਆਈ ਕਿ ਡੀਜੀਪੀ ਨੇ ਸਟੇਟਮੈਂਟ ਦਿੱਤੀ ਹੈ ਜੀ ਇਹ ਜਿਹੜਾ ਗੁਰਪ੍ਰੀਤ ਸਿੰਘ ਹਰੀਨੌਂ ਦਾ ਕਤਲ ਆ, ਉਹਦੇ ਚ ਅਸੀਂ ਰੈਕੀ ਕਰਨ ਵਾਲੇ 3 ਜਾਣੇ ਫੜ ਲਏ, ਸ਼ੂਟਰ ਜਿਹੜੇ ਨੇ ਉਹ ਜਲਦੀ ਫੜ ਲੈਣੇ ਆ, ਪਤਾ ਲੱਗ ਗਿਆ ਵੀ ਕੌਣ ਨੇ, ਪਰ ਇਹਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਹੱਥ ਆ। ਤਾਂ ਮੇਰੇ ਇੱਕਦਮ ਗੱਲ 'ਚ ਇਹ ਆਈ ਦਿਮਾਗ 'ਚ ਕਿ ਏਦਾਂ ਹੀ ਮੈਂ ਖੁਦ ਝੱਲੀ ਆ, ਦੂਜੇ ਦੀ ਗੱਲ ਦੂਜੀ ਹੁੰਦੀ ਹੈ। ਖਬਰਾਂ ਛਪੀਆਂ ਸੀ ਕਿ ਜੀ
ਸ਼ਿੰਗਾਰ ਬੰਬ ਕਾਂਡ ਦਾ ਦੋਸ਼ੀ ਫੜਿਆ ਗਿਆ। ਜੇ ਉਹ ਮੇਰੇ ਬਾਰੇ ਝੂਠੀ ਜਿਸ ਬੰਦੇ ਨਾਲ ਜਿਸ ਸਾਡੇ ਭਰਾ ਨਾਲ ਏਦਾਂ ਝੂਠੀ ਖਬਰ ਝੂਠਾ ਬਿਆਨ ਪੁਲਿਸ ਨੇ ਦੇ ਕੇ ਉਹਨੂੰ ਫਸਾਇਆ ਕੇਸ 'ਚ, ਉਹ ਕਦੇ ਵੀ ਏਦਾਂ ਯਕੀਨ ਨਹੀਂ ਕਰਦਾ। ਜਿਹਦੇ ਨਾਲ ਹੋਈ ਨਹੀਂ ਹੁੰਦੀ, ਜਿਹਦੇ ਨਾਲ ਵਾਪਰੀ ਨਹੀਂ ਹੁੰਦੀ, ਉਹ ਕਹਿ ਸਕਦਾ ਕਿ ਐ ਪੁਲਿਸ ਕਿਤੇ ਝੂਠ ਬੋਲਦੀ ਹੈ। ਪਰ ਅਸੀਂ ਤਾਂ ਜਾਣਦੇ ਹਾਂ ਝੂਠ ਬੋਲਦੀ ਹੈ। ਅਸੀਂ ਤਾਂ ਗਰੰਟੀ ਦਿੰਦੇ ਹਾਂ ਕਿ ਪੁਲਿਸ ਝੂਠ ਬੋਲਦੀ ਹੈ। ਜਿੱਥੇ ਕਹੋ ਜਿਵੇਂ ਕਹੋ ਉਵੇਂ ਸਾਬਤ ਕਰਨ ਨੂੰ ਤਿਆਰ ਆ ਕਿ ਪੁਲਿਸ ਝੂਠ ਬੋਲ ਸਕਦੀ। ਜੇਕਰ ਪੁਲਿਸ ਇਸ ਤੋਂ ਪਹਿਲਾਂ ਬੇਅੰਤ ਮਾਮਲਿਆਂ 'ਚ ਝੂਠ ਬੋਲ ਸਕਦੀ ਹੈ ਤਾਂ ਹੁਣ ਕਿਉਂ ਨਹੀਂ ਬੋਲ ਸਕਦੀ? ਆਹ ਜਿਹੜਾ DGP ਆ ਹੁਣ ਵਾਲਾ, ਪਿੱਛੇ ਜੇ ਇਹਨੇ ਕਿਹਾ ਨਹੀਂ ਸੀਗਾ ਵੀ ਗੋਲਡੀ ਬਰਾੜ ਫੜਿਆ ਗਿਆ, ਕਿਹਾ ਸੀ ਨਾ, ਇਵੇਂ ਹੀ ਇਹਦੇ ਕਈ ਝੂਠ ਤਾਂ ਹੁਣ ਪਿੱਛੇ ਜੇ ਗਲਤ ਬਿਆਨੀਆਂ ਸਾਬਤ ਹੋਏ। ਹੁਣ ਪੋਲੀ ਜੀ ਚੱਲਵੀਂ ਜੀ ਗੱਲ ਕਹਿਤੀ, ਕੋਈ ਸਬੂਤ ਪ੍ਰੂਫ ਵਾਲੀ ਤਾਂ ਗੱਲ ਨਹੀਂ। ਜਿਨ੍ਹਾਂ ਦਾ ਬੰਦਾ ਮਰਿਆ ਉਹਨਾਂ ਦੇ ਪਰਿਵਾਰ ਦੇ ਵਾਕਈ ਇਸ ਧਿਰ ਨਾਲ ਮਸਲੇ ਸੀਗੇ, ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਭਾਈ ਗੁਰਪ੍ਰੀਤ ਸਿੰਘ ਹਰੀ ਨਾਂ ਦੇ ਧਿਰ ਦਾ ਭਾਈ ਅਮਰਤਪਾਲ ਸਿੰਘ ਦੀ ਧਿਰ ਨਾਲ ਤਕਰਾਰ ਸੀ। ਪਰ ਇੱਕਦਮ ਇਹ ਗੱਲ ਕਹਿ ਦੇਣੀ ਜਿਹਦੇ ਨਾਲ ਦੋਨਾਂ ਧਿਰਾਂ ਦੇ ਵਿਚਾਲੇ ਲਾਂਬੂ ਲੱਗ ਜਾਣ, ਕਿਉਂਕਿ ਅਜੇ ਭੋਗ ਆਉਣ ਵਾਲੇ ਦਿਨਾਂ 'ਚ ਪੈਣਾ ਗੁਰਪ੍ਰੀਤ ਸਿੰਘ ਹਰੀ ਨਾਂ ਦਾ, ਅਜੇ ਮਾਹੌਲ ਹੋਰ ਆ। ਪਰ ਹੁਣ ਵੀ ਕੁਝ ਲੋਕ ਪੂਰੀ ਸ਼ਰਾਰਤ ਕਰ ਰਹੇ ਨੇ। ਇਹ ਨਾ ਹੋਵੇ ਕਿ 27 ਅਕਤੂਬਰ ਤੋਂ ਬਾਅਦ ਅਸੀਂ ਕਿਸੇ ਹੋਰ ਭਰਾ ਦਾ, ਅੱਜ ਜਿਹੜਾ ਪੋਸਟਰ ਉਹਦਾ ਨਜ਼ਰੀ ਪਿਆ ਭੋਗ ਦਾ ਇਸ਼ਤਿਹਾਰ, ਇੱਕ ਪਾਸੇ ਭਾਈ ਅਵਤਾਰ ਸਿੰਘ ਖੰਡੇ ਦੀ ਫੋਟੋ ਹੈ, ਇੱਕ ਪਾਸੇ ਭਾਈ ਦੀਪ ਸਿੱਧੂ ਦੀ ਫੋਟੋ ਹੈ। ਕੀ ਆਪਾਂ ਨੂੰ ਪਤਾ ਨਹੀਂ ਕਿ ਭਾਈ ਦੀਪ ਸਿੱਧੂ ਦਾ ਤੇ ਭਾਈ ਖੰਡੇ ਦਾ ਕਤਲ ਕਿਵੇਂ ਹੋਏ ਨੇ? ਆਪਣੇ ਸਾਹਮਣੇ ਹੁਣ ਦੀਆਂ ਗੱਲਾਂ ਨੇ, ਆਹ 2-4 ਸਾਲਾਂ ਦੀ, ਪਿਛਲੇ ਸਾਲ ਦੀ ਖੰਡੇ ਦੀ ਗੱਲ। ਉਸੇ ਲੜੀ 'ਚ ਇੱਕ ਇਹਦੀ ਫੋਟੋ ਲੱਗੀ ਆ ਵਿਚਾਲੇ ਹਰੀ ਨਾਂ ਦੀ, ਕੱਲ ਨੂੰ ਕਿਸੇ ਹੋਰ ਦੀ, ਪਰਸੋਂ ਕਿਸੇ ਹੋਰ ਦੀ, ਅਖੀਰ ਕਿਸੇ ਦਾ ਅਮਰਤਪਾਲ ਦੀ ਵੀ ਲੱਗ ਜੂ। ਇਹ ਆਪਾਂ ਆਪਦੇ ਬੰਦੇ, ਆਪਦੀ ਕੌਮ ਦੇ ਲੋਕ ਏਦਾਂ ਗਵਾਉਂਦੇ ਜਾਵਾਂਗੇ? ਆਪਾਂ ਕਦੋਂ ਸਮਝਾਂਗੇ ਕਿ ਸਾਡੀ ਕੌਮ ਦੇ ਅੰਦਰੂਨੀ ਮਸਲੇ, ਅੰਦਰੂਨੀ ਵਿਵਾਦ ਜਿੰਨੇ ਮਰਜ਼ੀ ਤਿੱਖੇ ਤੇ ਤਲਖ ਹੋਣ, ਪਰ ਇਹਦਾ ਅਰਥ ਇਹ ਨਹੀਂ ਕਿ ਅਸੀਂ ਦੁਸ਼ਮਣ ਦੀ ਹਰ ਗੱਲ ਦੇ ਉੱਤੇ ਅੱਖਾਂ ਮੀਚ ਕੇ ਯਕੀਨ ਕਰੀਏ। ਜੇਕਰ ਭਾਈ ਅਮਰਤਪਾਲ ਸਿੰਘ ਦਾ ਕੋਈ ਦੋਸ਼ ਹੋਵੇ ਵੀ ਤਾਂ ਵੀ ਸਾਨੂੰ ਆਪਦੀ ਤਸੱਲੀ ਕਰਨੀ ਚਾਹੀਦੀ ਆ। ਇਹ ਕੋਈ ਗੱਲ ਨਹੀਂ ਕਿ ਪੁਲਿਸ ਨੇ ਕਿਹਾ, ਪੁਲਿਸ ਦੇ ਕਹਿਣ ਦੇ ਉੱਤੇ ਯਕੀਨ ਕਰਨਾ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ। ਇੱਕ ਨੌਜਵਾਨ ਕਿਸੇ ਅਰਸ਼ ਡੱਲੇ ਨਾਂ ਦੇ ਬੰਦੇ ਦੀ ਇੱਕ ਇੱਥੇ ਵੀਡੀਓ ਘੁੰਮ ਰਹੀ ਆ, ਆਡੀਓ ਘੁੰਮ ਰਹੀ ਹੈ। ਉਹਨੇ ਕਿਹਾ ਕਿ ਜੀ ਜਿਹੜੇ ਗੁਰਪ੍ਰੀਤ ਹੋਣੀ ਆ, ਇਹਨਾਂ ਨੇ ਆਹ ਗਲਤੀਆਂ ਕੀਤੀਆਂ ਸੀ, ਅਸੀਂ ਤਾਂ ਇਸ ਗੱਲ ਨਾਲ ਵੀ ਅਸਹਿਮਤ। ਜੇਕਰ ਅਰਸ਼ ਡੱਲੇ ਨੇ ਜਾਂ ਕਿਸੇ ਨੇ ਵੀ ਇੰਨੀ ਗੱਲ ਕਰਕੇ ਉਹਨੂੰ ਮਾਰਿਆ ਕਿ ਉਹ ਗਲਤ ਬੋਲਦਾ ਸੀ, ਉਹ ਗਲਤ ਕਰਦਾ ਸੀ, ਇਹ ਗੱਲ ਕੋਈ ਚੰਗੀ ਗੱਲ ਨਹੀਂ। ਉਹ ਕੌਮ ਦਾ ਇੱਕ ਸਾਡੀ ਦਾ ਨੌਜਵਾਨ ਸੀ, ਉਹਦੀਆਂ ਗਲਤੀਆਂ ਗੜਬੜਾਂ ਆਪਦੀ ਥਾਂ ਤੇ ਮੈਂ ਖੁਦ ਉਹਦੇ ਨਾਲ ਇਸ ਗੱਲੋਂ ਉਲਝਿਆ, ਲੜਿਆ, ਬੈਸਿਆ। ਪਰ ਆਹ ਜਿਹੜੀ ਗੱਲ ਹੁਣ ਕੀਤੀ ਜਾ ਰਹੀ ਆ, ਇਉਂ ਤਾਂ ਫਿਰ ਸਾਡੇ ਆਲੇ ਦੁਆਲੇ ਬਹੁਤ ਲੋਕ ਨੇ ਜਿਨ੍ਹਾਂ ਨਾਲ ਸਾਡੀ ਸੁਰ ਨਹੀਂ ਰਲਦੀ, ਜਿਹੜੇ ਸਾਡੇ ਨਾਲ ਅਸਹਿਮਤ ਨੇ, ਜਿਨ੍ਹਾਂ ਦੀ ਬੋਲੀ ਸ਼ੈਲੀ ਸਾਨੂੰ ਪਸੰਦ ਨਹੀਂ। ਇਹ ਗੱਲ ਗਲਤ ਆ। ਸੋ ਜਿੱਥੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਮਰੀਕਾ, ਕੈਨੇਡਾ ਵਰਗੇ ਮੁਲਕ, ਜਥੇਦਾਰ ਨਿੱਜਰ ਵਰਗਿਆਂ ਦੇ ਇੰਡੀਅਨ ਸਟੇਟ ਵੱਲੋਂ ਕਤਲਾਂ ਦੇ ਮਾਮਲੇ ਵਿੱਚ ਸਾਡੀ ਕੌਮ ਦੇ ਨਾਲ ਡਟ ਕੇ ਖੜੇ ਆ, ਜਿੱਥੇ ਇੰਟਰਨੈਸ਼ਨਲ ਮਾਹੌਲ ਸਿੱਖ ਰੈਫਰੈਂਡਮ ਦੀ, ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਨੂੰ ਪ੍ਰਵਾਨ ਕਰਕੇ ਅੱਗੇ ਨਿਤ ਨਵੀਆਂ ਚੰਗੀਆਂ ਖਬਰਾਂ ਮਿਲ ਰਹੀਆਂ ਨੇ, ਉੱਥੇ ਆ ਜਿਹੜਾ ਘਾਟਾ ਪੈ ਰਿਹਾ ਕਿ ਸਾਡੀ ਕੌਮ ਦੀ ਜਵਾਨੀ ਜਿਹੜੀ ਹੈ ਉਹ ਆਪਸ ਵਿੱਚ ਹੀ ਉਲਝ ਰਹੀ ਆ। ਸਭ ਤੋਂ ਮਾੜੀ ਗੱਲ ਇਹ ਕਿ ਕੌਮ ਦੇ ਕੁਛ, ਮੈਂ ਤਾਂ ਇਹ ਸਾਡੀ ਬਦਕਿਸਮਤੀ ਹੋ ਕਹਾਂਗਾ, ਉਹ ਲੋਕ ਜਿਨ੍ਹਾਂ ਨੇ ਮੈਥੀ ਲਿਆ ਕਿ ਖਾੜਕੂ ਸੰਘਰਸ਼ ਨੂੰ ਗਾਲਾਂ ਕਢਵਾਉਣੀਆਂ, ਸਿੱਖੋਂ ਪੰਥ ਦੇ, ਕੌਮ ਦੇ ਖੈਰ ਖੁਆਹ ਹੋਣ ਦਾ ਤੁਸੀਂ ਦਾਅਵਾ ਕਰਦੇ ਹੋ, ਇਹ ਗੱਲ ਜੱਚਦੀ ਨਹੀਂ। ਖੈਰ
ਵਿਚਾਰ ਚਰਚਾ ਕੱਲ ਫੇਰ ਕਰਾਂਗੇ। ਹੋ ਸਕਦਾ ਕੋਈ ਮੇਰੀ ਭਾਵਕ ਹੋ ਕੇ ਆਖੀ ਗੱਲ ਕਿਸੇ ਭਰਾ ਨੂੰ ਚੰਗੀ ਨਾ ਲੱਗੀ ਹੋਵੇ, ਪਰ ਦਿਲ ਦੀ ਭਾਵਨਾ ਇਹੀ ਆ ਕਿ ਅਸੀਂ ਆਪਦੀ ਕੌਮ ਦਾ ਆਜ਼ਾਦ ਕੌਮੀ ਘਰ ਦੇਖ ਸਕੀਏ, ਖਾਲਿਸਤਾਨ ਦਾ ਝੰਡਾ UNO ਵਿੱਚ ਝੁਲਦਾ ਦੇਖੀਏ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ। ਇੱਥੇ ਸਮਾਪਤੀ ਆ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।